ਸੋ +1 ਕਲਾਸ ਸੈਟਰਡੇ ਸਿਰਫ ਸਾਡਾ ਵੈਸਕੂਲਰ ਟਿਸ਼ੂ ਸਿਸਟਮ ਹੀ ਕੰਪਲੀਟ ਹੋ ਪਾਇਆ ਸੀ। ਠੀਕ, ਸੋ ਕਿਉਂਕਿ ਹਜੇ ਤੱਕ ਡਿਸਾਈਡ ਕਰ ਰਹੇ ਸੀ ਤੁਹਾਡੀਆਂ ਕਲਾਸਿਸ ਦੇ ਬਾਰੇ 'ਚ, ਸਾਰਾ ਇਹੀ ਚੱਲ ਰਿਹਾ ਸੀ, ਪਰ ਇਸ ਕਰਕੇ ਹੁਣ ਮੈਨੂੰ ਵੀਡੀਓ ਵੀ ਬਣਾਉਣੀ ਪੈ ਰਹੀ ਹੈ। ਸੋ ਅੱਗੇ ਬੱਚੇ ਹੁਣ ਅਸੀਂ ਸ਼ੁਰੂ ਹੋਣ ਲੱਗੇ ਹਾਂ। ਟਿਸ਼ੂਜ਼ ਹੋ ਗਏ, ਕਈ ਤਰ੍ਹਾਂ ਦੇ ਟਿਸ਼ੂਜ਼ ਹੈ ਨਾ, ਪੇਰਨਕਾਈਮਾ, ਕੋਲਨਕਾਈਮਾ, ਸਕਲੀਰਨਕਾਈਮਾ, ਠੀਕ ਹੈ, ਜਾਂ ਮੈਂ ਪੇਰਨਕਾਈਮੇਟਸ ਟਿਸ਼ੂ, ਸਕਲੀਰਨਕਾਈਮੇਟਸ ਟਿਸ਼ੂ, ਇਸੇ ਤਰੀਕੇ ਦੇ ਨਾਲ ਬਹੁਤ ਸਾਰੇ ਸਿਸਟਮਸ ਹੋ ਗਏ ਹੈ ਨਾ, ਐਪੀਡਰਮਲ ਟਿਸ਼ੂ ਸਿਸਟਮ, ਗਰਾਊਂਡ ਟਿਸ਼ੂ ਸਿਸਟਮ ਅਤੇ ਵੈਸਕੂਲਰ ਟਿਸ਼ੂ ਸਿਸਟਮਸ, ਹੈ ਨਾ, ਬਹੁਤ ਸਾਰੇ ਟਿਸ਼ੂਜ਼ ਮਿਲ ਕੇ ਸਿਸਟਮ ਬਣਾ ਰਹੇ ਹੈ। ਹੁਣ ਅਸੀਂ ਸਟਰਕਚਰ ਪੜ੍ਹਨ ਜਾ ਰਹੇ ਹਾਂ, ਪ੍ਰਾਇਮਰੀ ਸਟਰਕਚਰ ਪੜ੍ਹਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਰੂਟ ਦਾ, ਜਿਹਦੇ ਵਿੱਚ ਤੁਸੀਂ ਪਹਿਲਾਂ ਡਾਈਕੋਟ ਰੂਟ ਪੜ੍ਹਨੀ ਹੁੰਦੀ ਹੈ, ਫਿਰ ਮੋਨੋਕੋਟ ਰੂਟ, ਫਿਰ ਡਾਈਕੋਟ ਸਟੈਮ, ਫਿਰ ਮੋਨੋਕੋਟ ਸਟੈਮ। ਅੱਛਾ, ਇਹ ਚੀਜ਼ ਹੋ ਜਾਏਗੀ। ਇਹਨਾਂ ਦਾ ਪ੍ਰਾਇਮਰੀ ਸਟਰਕਚਰ ਪੜ੍ਹਾਂਗੇ ਕਿ ਕੀ ਇਹਨਾਂ ਦੇ ਇੰਟਰਨਲ ਸਟਰਕਚਰ ਦੇ ਵਿੱਚ ਹੁੰਦਾ। ਬਾਹਰੋਂ ਦੇ ਦੇਖ ਕੇ ਤਾਂ ਰੂਟ ਪਤਾ ਹੀ ਹੈ, ਹੁਣ ਮੋਰਫੋਲੋਜੀ ਵਾਲੇ ਲੈਸਨ 'ਚ ਇੰਨੀ ਡਿਟੇਲ 'ਚ ਰੂਟਸ ਪੜ੍ਹੀਆਂ, ਸਟੈਮ ਪੜ੍ਹੇ, ਲੀਵਸ ਪੜ੍ਹੇ ਹੈ। ਹੁਣ ਇਹਨਾਂ ਦੇ ਇੰਟਰਨਲ ਸਟਰਕਚਰ ਹੈ। ਸੋ ਕਹਿੰਦਾ ਬਹੁਤ ਸਾਰੇ ਜਿਹੜੇ ਸੈਲਸ ਐਂਡ ਟਿਸ਼ੂਜ਼ ਹੈਗੇ ਹੈ ਪ੍ਰਾਇਮਰੀ ਰੂਟ ਦੇ, ਨੈਚੁਰਲੀ ਉਹ ਕਿਹਦੇ ਤੋਂ ਡਿਵੈਲਪ ਕਰੇਗੀ? ਰੂਟ। ਸਾਰੇ ਬੱਚਿਆਂ ਨੂੰ ਪਤਾ ਰੂਟ ਏਪੀਕਲ ਮੈਰੀਸਟੈਮ ਤੋਂ, ਹੈ ਨਾ, ਤੁਹਾਨੂੰ ਡਿਟੇਲ ਦੇ ਵਿੱਚ ਪੜ੍ਹਾਇਆ ਹੋਇਆ। ਟਰਮੀਨਲ ਪੋਰਸ਼ਨ ਹੁੰਦਾ, ਉਹਦੇ 'ਤੇ ਰੂਟ ਕੈਪ ਚੜ੍ਹਿਆ ਹੁੰਦਾ, ਹੈ ਨਾ, ਠੀਕ ਹੈ। ਸੋ ਰੂਟਸ ਜਿਹੜੀਆਂ ਹੈਗੀਆਂ ਨੇ ਬਿਲਕੁਲ ਉਹਨਾਂ ਦੀ ਸਿੰਪਲ, ਮੈਂ ਤੁਹਾਨੂੰ ਦੱਸਿਆ ਸੀ ਵੀ ਇੰਟਰਨਲ ਸਟਰਕਚਰ ਹੈਗਾ, ਕਿਉਂਕਿ ਰੂਟਸ ਦੇ ਵਿੱਚ ਕੋਈ ਨੋਡਸ, ਇੰਟਰਨੋਡਸ ਨਹੀਂ ਹੈਗੇ, ਬਰਡਸ ਨਹੀਂ ਹੁੰਦੇ, ਲੀਵਸ ਨਹੀਂ ਹੁੰਦੇ ਹੈ। ਚੱਲੀਏ ਫਿਰ ਹੁਣ ਇੰਟਰਨਲ ਸਟਰਕਚਰ ਪੜ੍ਹੀਏ ਆਪਾਂ। ਡਾਈਕੋਟ ਰੂਟ ਦਾ ਡਾਇਗਰਾਮ ਤੁਹਾਨੂੰ ਬਹੁਤ ਵਾਰੀ ਦਿਖਾਈ ਹੋਈ ਹੈ ਨਾ। ਐਪੀਡਰਮਿਸ ਹੈ, ਠੀਕ ਹੈ ਜੀ। ਸੋ ਸਿੰਗਲ ਲੇਅਰਡ ਐਪੀਡਰਮਿਸ ਹੈਗੀ, ਥਿਨ ਵਾਲਡ ਸੈਲਸ ਦੀ ਬਣੀ ਹੁੰਦੀ ਹੈ। ਪੇਰਨਕਾਈਮੇਟਸ ਹੁੰਦੇ ਆ ਸੈਲਸ। ਐਪੀਡਰਮਿਸ ਦੇ ਕੁਛ ਸੈੱਲ ਇਲੋਂਗੇਟ ਹੋ ਜਾਂਦੇ ਆ, ਕੀ ਬਣਾ ਦਿੰਦੇ ਆ? ਰੂਟ ਹੇਅਰਸ। ਓਕੇ, ਅੱਗੇ ਤੁਹਾਡੇ ਕੋਲ ਕੀ ਆ ਜਾਂਦਾ? ਸੈਕਿੰਡ ਪਾਰਟ ਕੋਟੈਕਸ, ਪਤਾ ਤੁਹਾਨੂੰ ਹੋ ਗਿਆ। ਗਰਾਊਂਡ ਟਿਸ਼ੂ ਸ਼ੁਰੂ ਹੋ ਗਿਆ। ਜਿਹਦੇ ਸਭ ਤੋਂ ਪਹਿਲਾਂ ਤੁਹਾਨੂੰ ਕੀ ਆ ਗਿਆ? ਕੋਟੈਕਸ। ਬਿਲਕੁਲ ਸਿੰਪਲ ਹੈ, ਮਲਟੀ ਲੇਅਰਡ ਹੈ, ਬਹੁਤ ਸਾਰੀਆਂ ਲੇਅਰਸ ਹੈ। ਇਹ ਵੀ ਥਿਨ ਵਾਲ ਸੈੱਲ ਪੇਰਨਕਾਈਮੇਟਸ ਸੈਲਸ ਦਾ ਬਣਿਆ ਹੁੰਦਾ। ਇਹਨਾਂ 'ਚ ਸੈਲਸ ਦੇ ਵਿਚਕਾਰ ਜਗ੍ਹਾ ਖਾਲੀ ਹੁੰਦੀ ਹੈ, ਇੰਟਰਸੈਲੂਲਰ ਸਪੇਸਿਸ ਹੁੰਦੀਆਂ ਹੈ, ਠੀਕ ਹੈ ਜੀ। ਕੋਟੈਕਸ ਤੋਂ ਬਾਅਦ ਅਗਲੀ ਲੇਅਰ ਤੁਹਾਡੇ ਕੋਲ ਆ ਗਈ ਐਂਡੋਡਰਮਿਸ। ਸਭ ਤੋਂ ਬਾਹਰ ਐਪੀਡਰਮਿਸ, ਉਸ ਤੋਂ ਬਾਅਦ ਕੋਟੈਕਸ, ਅੱਗੇ ਤੁਹਾਡੇ ਕੋਲ ਆ ਗਈ ਐਂਡੋਡਰਮਿਸ, ਹੈ ਨਾ। ਇਹ ਵੀ ਸਿੰਗਲ ਲੇਅਰ ਹੀ ਆ ਡਾਰਕ ਕਲਰ ਦੀ। ਪੈਰੀਸਾਈਕਲ ਵੀ ਡਾਰਕ ਕਲਰ ਨਾਲ ਹੀ ਬਣਾਇਆ ਇਹਨਾਂ ਨੇ। ਇਹ 2 ਲੇਅਰਸ ਹੈ, ਠੀਕ ਹੈ। ਸੋ ਬਾਹਰ ਵਾਲੀ ਜਿਹੜੀ ਹੈਗੀ ਆ ਉਹ ਐਂਡੋਡਰਮਿਸ ਹੈ, ਸਿੰਗਲ ਲੇਅਰ, ਬੈਰਲ ਸ਼ੇਪਡ, ਹੈ ਨਾ, ਠੀਕ ਹੈ। ਸੋ ਲੰਬੇ ਲੰਬੇ ਜਿਹੜੇ ਹੈਗੇ ਇਹਨਾਂ ਦੇ ਸੈਲਸ ਹੁੰਦੇ ਐਂਡੋਡਰਮਿਸ ਦੇ, ਠੀਕ ਹੈ ਜੀ। ਇਹਨਾਂ ਦੇ ਅੰਦਰ ਕੈਸਪੇਰੀਅਨ ਥਿਕਨਿੰਗਸ ਕਰਵਾਈਆਂ ਹੋਈਆਂ ਤੁਹਾਨੂੰ, ਹੈ ਨਾ, ਪ੍ਰੈਜੈਂਟ ਹੁੰਦੀਆਂ, ਠੀਕ ਹੈ ਜੀ। ਅੱਗੇ ਤੁਹਾਡੇ ਕੋਲ ਐਂਡੋਡਰਮਿਸ ਤੋਂ ਅੰਦਰ ਆ ਗਿਆ ਪੈਰੀਸਾਈਕਲ। ਪੈਰੀਸਾਈਕਲ, ਠੀਕ ਹੈ। ਇਹ ਵੀ ਸਿੰਗਲ ਲੇਅਰਡ ਹੈ, ਥਿਨ ਵਾਲ ਵਾਲੇ ਸੈਲਸ ਤੋਂ ਬਣੀ ਹੈ ਪੈਰੀਸਾਈਕਲ। ਅੱਗੇ ਤੁਹਾਡੇ ਕੋਲ 5ਵਾਂ ਪੁਆਇੰਟ ਆ ਗਿਆ ਵੈਸਕੂਲਰ ਬੰਡਲਸ। ਵੈਸਕੂਲਰ ਬੰਡਲ, ਜ਼ਾਈਲਮ ਐਂਡ ਫਲੋਇਮ ਸਾਰਾ ਦੱਸਿਆ ਹੋਇਆ। ਪ੍ਰੋਟੋਜ਼ਾਈਲਮ ਕੀ ਹੁੰਦਾ, ਮੈਟਾਜ਼ਾਈਲਮ ਕੀ ਹੁੰਦੀ ਹੈ। ਵੈਸਕੂਲਰ ਬੰਡਲ ਰੇਡੀਅਲ, ਹੁਣ ਯਾਦ ਹੋਣਾ ਚਾਹੀਦਾ ਤੁਹਾਨੂੰ ਕਿਹੜੇ ਹੁੰਦੇ ਸੀ ਰੇਡੀਅਲ ਵੈਸਕੂਲਰ ਬੰਡਲ, ਹਾਂ, ਠੀਕ ਹੈ। ਸੋ ਜਿਹਦੇ ਵਿੱਚ ਇੱਕ ਜ਼ਾਈਲਮ, ਇੱਕ ਫਲੋਇਮ, ਇੱਕ ਜ਼ਾਈਲਮ, ਇੱਕ ਫਲੋਇਮ, ਹੈ ਨਾ, ਉਹ ਹੁੰਦੇ ਸੀ ਰੇਡੀਅਲ ਹੁੰਦੇ ਹੈ। ਜ਼ਾਈਲਮ ਐਂਡ ਫਲੋਇਮ ਸਟੈਂਡਸ ਜਿਹੜੇ ਹੁੰਦੇ ਆ ਆਲਟਰਨੇਟ ਰੇਡੀਆਈ ਦੇ ਉੱਤੇ ਅਰੇਂਜਡ ਹੁੰਦੇ ਹੈ, ਸਮਝਦੇ ਪਏ ਹੋ, ਠੀਕ ਹੈ। ਸੋ ਜ਼ਾਈਲਮ ਜਿਹੜੀ ਹੁੰਦੀ ਹੈ ਐਕਸਾਰਕ ਹੁੰਦੀ ਹੈ, ਪਤਾ ਤੁਹਾਨੂੰ। ਪ੍ਰੋਟੋਜ਼ਾਈਲਮ ਬਾਹਰ ਵਾਲੇ ਪਾਸੇ ਨੂੰ, ਮੈਟਾਜ਼ਾਈਲਮ ਅੰਦਰ ਵਾਲੇ ਪਾਸੇ ਨੂੰ। ਨਹੀਂ ਕਰਵਾਈ ਐਕਸਾਰਕ? ਕਰਾਇਆ ਸੀਗਾ ਐਕਸਾਰਕ ਜ਼ਾਈਲਮ, ਐਕਸਾਰਕ ਵੈਸਕੂਲਰ ਬੰਡਲ, ਜਿਸ 'ਚ ਪ੍ਰੋਟੋਜ਼ਾਈਲਮ ਬਾਹਰ ਵਾਲੇ ਪਾਸੇ ਨੂੰ ਹੁੰਦੀ, ਮੈਟਾਜ਼ਾਈਲਮ ਅੰਦਰ ਵਾਲੇ ਪਾਸੇ ਨੂੰ ਹੁੰਦੀ ਹੈ। ਪਿੱਥ ਬਹੁਤ ਹੀ ਛੋਟੀ ਹੁੰਦੀ ਹੈ ਡਾਈਕੋਟ ਰੂਟਸ ਦੇ ਵਿੱਚ, ਠੀਕ ਹੈ, ਅਤੇ ਪੇਰਨਕਾਈਮੇਟਸ ਹੁੰਦੀ ਹੈ। ਚਲੀਏ ਅੱਗੇ, ਇੰਟਰਨਲ ਸਟਰਕਚਰ ਮੋਨੋਕੋਟ ਰੂਟਸ ਦਾ ਡਾਇਗਰਾਮ ਆਪਾਂ ਦੇਖਦੇ ਹਾਂ। ਚਲੋ ਪਹਿਲਾਂ ਹੁਣ ਧਿਆਨ ਦੇਣਾ ਸੁਣ ਲਓ। ਐਪੀਡਰਮਿਸ ਟ੍ਰਾਂਸਫਰ ਸੈਕਸ਼ਨ ਜੇਕਰ ਅਸੀਂ ਦੇਖੀਏ, ਪਹਿਲੀ ਗੱਲ ਆਊਟਲਾਈਨ ਜੇਕਰ ਅਸੀਂ ਟ੍ਰਾਂਸਫਰ ਸੈਕਸ਼ਨ ਦੀ ਦੇਖੀਏ ਨਾ, ਮੋਨੋਕੋਟ ਰੂਟ ਦੀ ਸਰਕੂਲਰ ਨਜ਼ਰ ਆਏਗਾ। ਇਹਦੇ 'ਚ ਕੀ ਹੈਗਾ? ਐਪੀਬਲੈਮਾ ਕਿਹਾ, ਕੋਈ ਗੱਲ ਨਹੀਂ, ਐਪੀਡਰਮਿਸ ਨੂੰ ਐਪੀਬਲੈਮਾ ਵੀ ਕਹਿ ਦਿੰਦੇ ਆ। ਇਹ ਵੀ ਸਿੰਗਲ ਲੇਅਰਡ ਹੈ, ਥਿਨ ਵਾਲਡ ਸੈਲਸ ਦੀ ਬਣੀ ਹੋਈ ਹੈ। ਇੱਥੇ ਵੀ ਟਿਊਬ ਲਾਈਕ ਰੂਟ ਹੇਅਰਸ ਪ੍ਰੈਜੈਂਟ ਹੁੰਦੇ ਆ, ਹੈ ਨਾ, ਠੀਕ ਹੈ। ਸੋ ਸਿੰਗਲ ਸੈੱਲ ਦੀ ਯੂਨੀਸੈਲੂਲਰ, ਠੀਕ ਹੈ, ਸਿੰਗਲ ਸੈਲਸ ਦੀ ਇਲੋਂਗੇਸ਼ਨ ਹੀ ਹੈ ਰੂਟ ਹੇਅਰਸ। ਉਹ ਤਾਂ ਤੁਹਾਨੂੰ ਪਹਿਲਾਂ ਵੀ ਪੜ੍ਹਾਇਆ ਹੋਇਆ, ਯਾਦ ਹੈ ਤੁਹਾਨੂੰ। ਐਪੀਡਰਮਲ ਟਿਸ਼ੂ ਸਿਸਟਮ ਦੇ ਵਿੱਚ ਦੱਸਿਆ ਸੀਗਾ ਕਿ ਐਪੀਡਰਮਿਸ ਤੋਂ ਬਹੁਤ ਸਾਰੇ ਸਟਰਕਚਰ ਨਿਕਲਦੇ ਆ, ਸਟੋਮੈਟਾ, ਟਰਾਈਕੋਮਸ, ਜਿਹਦੇ 'ਚ ਹੇਅਰ ਆ ਜਾਂਦੇ ਸੀ, ਠੀਕ ਹੈ ਜੀ। ਐਪੀਬਲੈਮਾ ਹੋ ਗਈ ਸਭ ਤੋਂ ਬਾਹਰ ਵਾਲੀ ਲੇਅਰ। ਅੱਗੇ ਤੁਹਾਡੇ ਕੋਲ ਆ ਗਈ ਕੋਟੈਕਸ। ਆਉਣੀਆਂ ਤਾਂ ਉਹੀ ਵਾਲੀਆਂ ਹੀ ਆ, ਕਿਤੇ ਕਿਤੇ ਥੋੜ੍ਹਾ ਫਰਕ ਹੋਏਗਾ, ਜਿਵੇਂ ਕਿ ਰੂਟਸ ਦੇ ਵਿੱਚ ਤੁਹਾਨੂੰ ਹਾਈਪੋਡਰਮਿਸ ਦੇਖਣ ਨੂੰ ਨਹੀਂ ਮਿਲਣੀ, ਠੀਕ ਹੈ ਨਾ। ਜਦ ਕਿ ਸਟੈਮਸ ਦੇ ਵਿੱਚ ਤੁਹਾਨੂੰ ਦੱਸਿਆ ਹੋਇਆ ਕਿ ਕੋਟੈਕਸ ਦੇ ਸ਼ੁਰੂ ਵਾਲੀਆਂ ਲੇਅਰਸ ਦੱਸਾਂਗੇ, ਸਟੈਮਸ ਜਾ ਕੇ ਉਹ ਹਾਈਪੋਡਰਮਿਸ ਵੀ ਬਣਾਉਂਦੇ ਆ, ਇਸੇ ਕਰਕੇ ਥੋੜ੍ਹੀ ਬਹੁਤੀ ਵੇਰੀਏਸ਼ਨ ਤਾਂ ਹੋਏਗੀ, ਪਰ ਫਿਰ ਵੀ ਐਪੀਬਲੈਮਾ ਜਾਂ ਐਪੀਡਰਮਿਸ, ਉਸ ਤੋਂ ਬਾਅਦ ਕੋਟੈਕਸ। ਮੋਨੋਕੋਟ ਰੂਟ ਦੇ ਵਿੱਚ ਵੀ ਕਾਫੀ ਮਾਸਿਵ ਹੁੰਦਾ,
ਕਾਫੀ ਜ਼ਿਆਦਾ ਸੈੱਲਸ ਹੁੰਦੇ ਆ, ਇਹਦੇ ਥਿਨ ਵਾਲਡ ਸੈੱਲ ਹੁੰਦੇ ਸੇਮ ਇਹਦੀ ਤਰ੍ਹਾਂ ਹੀ, ਠੀਕ ਹੈ ਜੀ। ਇੰਟਰਸੈਲੂਲਰ ਸਪੇਸਿਸ ਪ੍ਰੈਜ਼ੈਂਟ ਹੁੰਦੀਆਂ ਨੇ। ਜਿਹੜੀਆਂ ਰੂਟਸ ਪੁਰਾਣੀਆਂ ਹੋ ਜਾਂਦੀਆਂ ਨਾ, ਥੋੜ੍ਹੀਆਂ ਓਲਡ ਹੋ ਜਾਂਦੀਆਂ, ਆ ਦੇਖੋ ਆ ਗਈ ਨਾ ਨਵੀਂ ਚੀਜ਼, ਉਹਦੇ ਵਿੱਚ ਕੀ ਹੈਗਾ, ਕਈ ਵਾਰੀ ਕੋਟੈਕਸ ਦੇ ਸ਼ੁਰੂ ਵਾਲੀਆਂ ਜਿਹੜੀਆਂ ਲੇਅਰਸ ਹੈਗੀਆਂ ਨਾ, ਉਹ ਬਹੁਤ ਥਿਕ ਵਾਲਡ ਹੋ ਜਾਂਦੀਆਂ, ਉਹਦੇ 'ਚ ਸੁਬਰਿਨ ਨਾਮ ਦਾ ਸਬਸਟੈਂਸ ਡਿਪੋਜ਼ਿਟ ਹੋ ਜਾਂਦਾ, ਅਤੇ ਕੋਟੈਕਸ ਦੇ ਇਸ ਹਿੱਸੇ ਨੂੰ ਕਿਹਾ ਜਾਂਦਾ ਐਕਸੋਡਰਮਿਸ। ਪ੍ਰੋਟੈਕਟਿਵ ਲੇਅਰ ਦਾ ਕੰਮ ਕਰਦੀ ਹੈ। ਬਾਈ ਚਾਂਸ ਐਪੀਬਲੈਮਾ ਜੇਕਰ ਟੁੱਟ ਜਾਏ, ਕਿਉਂਕਿ ਦੇਖੋ ਰੂਟ ਹੈ ਨਾ, ਰੂਟ ਨੇ ਮਿੱਟੀ ਦੇ ਵਿੱਚੋਂ ਦੀ ਆਪਣੀ ਜਗ੍ਹਾ ਬਣਾਉਣੀ ਆ, ਤਾਂ ਐਪੀਬਲੈਮਾ ਟੁੱਟ ਵੀ ਸਕਦੀ ਹੈ, ਫਿਰ ਉਹਦੀ ਜਗ੍ਹਾ ਕੌਣ ਲੈ ਲੈਂਦੀ ਹੈ, ਕੋਟੈਕਸ ਦੀ ਬਾਹਰ ਵਾਲੀ ਲੇਅਰ ਐਕਸੋਡਰਮਿਸ। ਓਕੇ, ਠੀਕ ਹੈ ਜੀ। ਅਗਲੀ ਲੇਅਰ ਤੁਹਾਨੂੰ ਪਤਾ ਕੋਟੈਕਸ ਤੋਂ ਬਾਅਦ ਕੌਣ ਆਉਂਦੀ ਹੁੰਦੀ ਹੈ, ਐਂਡੋਡਰਮਿਸ। ਸਿੰਗਲ ਲੇਅਰਡ ਹੈ, ਫਿਰ ਉਹੀ ਸੇਮ ਡਾਈਕੋਟ ਰੂਟ ਦੀ ਤਰ੍ਹਾਂ ਇਹ ਵੀ ਬੈਰਲ ਸ਼ੇਪਡ ਹੈ, ਥਿਕ ਵਾਲਡ ਹੈ, ਇਹਦੇ 'ਚ ਕੈਸਪੇਰੀਅਨ ਥਿਕਨਿੰਗਸ ਪ੍ਰੈਜ਼ੈਂਟ ਹੈਗੀਆਂ ਨੇ, ਠੀਕ ਹੈ ਜੀ। ਅੱਛਾ, ਧਿਆਨ ਦੇ ਨਾਲ ਸੁਣਿਓ, ਕੁਛ ਐਂਡੋਡਰਮਿਸ ਦੇ ਜਿਹੜੇ ਸੈੱਲ ਹੈ, ਜਿਹੜੇ ਕਿ ਪ੍ਰੋਟੋਜ਼ਾਈਲਮ ਤੋਂ ਓਪੋਜ਼ਿਟ ਹੈ, ਉਹ ਥਿਨ ਵਾਲਡ ਹੁੰਦੇ ਆ, ਅਤੇ ਅਸੀਂ ਉਹਨਾਂ ਨੂੰ ਪੈਸੇਜ ਸੈੱਲ ਵੀ ਕਹਿੰਦੇ ਹਾਂ, ਠੀਕ ਹੈ। ਸੋ ਆ ਦੇਖ ਸਕਦੇ ਹੋ ਤੁਸੀਂ, ਹੁਣ ਮੇਜ ਮੱਕੀ ਦੀ ਰੂਟ ਹੈ, ਠੀਕ ਹੈ, ਕਿਉਂਕਿ ਮੱਕੀ ਕੀ ਹੈ, ਮੇਜ ਕੀ ਹੈ, ਜਿਹੜੀ ਮੋਨੋਕੋਟ ਹੈ, ਠੀਕ ਹੈ ਜੀ। ਸੋ ਇਹ ਇੱਦਾਂ ਦੀ ਹੁੰਦੀ ਮੋਨੋਕੋਟ ਰੂਟ, ਹੈ ਨਾ। ਉਹਨੇ ਕੀ ਕਿਹਾ ਸੀਗਾ, ਠੀਕ ਹੈ, ਐਂਡੋਡਰਮਿਸ ਦੇ ਬਾਰੇ ਦੇ ਵਿੱਚ ਤੁਹਾਨੂੰ ਕੀ ਕਿਹਾ, ਕਿਉਂਕਿ ਆਹ ਪ੍ਰੋਟੋਜ਼ਾਈਲਮ, ਆਹ ਵੈਸਕੂਲਰ ਬੰਡਲਸ ਹੈਗੇ ਆ, ਤਾਂ ਇਹਦੇ ਤੋਂ ਓਪੋਜ਼ਿਟ ਹੈ ਇੱਥੇ, ਬਾਕੀ ਕਿਤੇ ਨਹੀਂ, ਬਾਕੀ ਸਾਰੀ ਐਂਡੋਡਰਮਿਸ ਨਹੀਂ, ਠੀਕ ਹੈ। ਸੋ ਜਿਹੜੀ ਐਂਡੋਡਰਮਿਸ, ਠੀਕ ਹੈ, ਪ੍ਰੋਟੋਜ਼ਾਈਲਮ ਤੋਂ ਓਪੋਜ਼ਿਟ ਹੋਏਗੀ, ਪ੍ਰੋਟੋਜ਼ਾਈਲਮ ਨਾਲ ਲੱਗੀ ਹੋਏਗੀ, ਉਹਦੇ ਓਪੋਜ਼ਿਟ ਹੋਏਗੀ, ਉਹ ਉਹਨੇ ਕੀ ਕਹਿ ਦਿੱਤਾ, ਕੀ ਹੋ ਜਾਂਦੀ ਹੈਗੀ ਹੈ, ਠੀਕ ਹੈ, ਥਿਨ ਵਾਲਡ ਹੋ ਜਾਂਦੀ ਉੱਥੋਂ ਦੀ ਐਂਡੋਡਰਮਿਸ। ਉਦੋਂ ਅਸੀਂ ਉਹਨੂੰ ਉੱਥੇ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਪੈਸੇਜ ਸੈੱਲ। ਓਕੇ, ਡਾਈਕੋਟ ਰੂਟ 'ਚ ਅਸੀਂ ਇੱਦਾਂ ਦਾ ਕੁਛ ਨਹੀਂ ਸਿੱਖਿਆ, ਸਮਝਦੇ ਪਏ ਇਸ ਗੱਲ ਨੂੰ, ਠੀਕ ਹੈ ਜੀ। ਚਲੀਏ ਅੱਗੇ, ਪੈਰੀਸਾਈਕਲ। ਐਂਡੋਡਰਮਿਸ ਤੋਂ ਬਾਅਦ ਕੌਣ ਆ ਗਿਆ, ਪੈਰੀਸਾਈਕਲ, ਠੀਕ ਹੈ ਜੀ। ਇਹ ਵੀ ਸਿੰਗਲ ਲੇਅਰ ਦਾ ਬਣਿਆ ਹੋਇਆ ਪੈਰੀਸਾਈਕਲ, ਥਿਨ ਵਾਲਡ ਸੈੱਲਸ ਹੈਗੇ ਆ, ਠੀਕ ਹੈ। ਸੋ ਕੁਛ ਸੈੱਲ ਜਿਹੜੇ ਹੈਗੇ ਸਕਲੀਰਨ ਕਾਈਮੇਟਸ ਹੋ ਸਕਦੇ ਹੈ, ਡੈਡ ਸੈੱਲਸ। ਓਕੇ, ਵੈਸਕੂਲਰ ਬੰਡਲ, ਅੱਗੇ ਤੁਹਾਡੇ ਕੋਲ 7th ਇਹਦੇ 'ਚ ਪੁਆਇੰਟ ਆ ਗਿਆ, ਵੈਸਕੂਲਰ ਬੰਡਲਸ, ਰੇਡੀਅਲ, ਪੋਲੀਆਰਕ, ਐਕਸ ਆਰਕ। ਮੈਂ ਪੋਲੀ ਦਾ ਮਤਲਬ ਬਹੁਤ ਜ਼ਿਆਦਾ ਨੰਬਰ ਦੇ ਵਿੱਚ ਹੋ ਸਕਦੇ ਆ, ਠੀਕ ਹੈ, 6 ਤੱਕ ਹੋ ਸਕਦੇ ਵੈਸਕੂਲਰ ਬੰਡਲਸ, ਨਹੀਂ ਤਾਂ ਆਮ ਤੌਰ 'ਤੇ ਪਿੱਛੇ ਅਸੀਂ ਦੇਖ ਕੇ ਆਏ ਸੀ ਡਾਈਕੋਟ ਦੇ ਵਿੱਚ 4 ਵੈਸਕੂਲਰ ਬੰਡਲ ਹੀ ਸੀਗੇ, ਹੈ ਨਾ। ਇੱਥੇ 6 ਤੱਕ ਹੋ ਸਕਦੇ ਆ। ਹੁਣ ਮੈਂ ਨਹੀਂ ਦੱਸਣਾ ਐਕਸ ਆਰਕ, ਰੇਡੀਅਲ, ਇਹ ਨਹੀਂ ਮੈਂ ਦੱਸਣਾ। ਮੈਟਾਜ਼ਾਈਲਮ ਜਿਹੜੀ ਹੈਗੀ ਹੈ, ਠੀਕ ਹੈ, ਸੋ ਉਹਦੇ ਕੋਲ ਵੱਡੇ ਵੱਡੇ ਟਰੈਕੀਡਸ ਹੁੰਦੇ ਆ, ਜਿਹਦੇ 'ਚ ਕਿੱਦਾਂ ਦੀ ਪਿਟਿੰਗ ਹੁੰਦੀ ਹੈ, ਰੈਟੀਕੂਲੇਟ। ਪ੍ਰੋਟੋਜ਼ਾਈਲਮ ਤੁਹਾਨੂੰ ਪਤਾ ਹੀ ਹੈ, ਬਾਹਰ ਵਾਲੇ ਪਾਸੇ ਨੂੰ ਲਾਈ ਕਰਦਾ, ਤਾਂ ਹੀ ਕਰਕੇ ਤਾਂ ਕਿੱਦਾਂ ਦਾ ਅਰੇਂਜਮੈਂਟ ਹੈ ਵੈਸਕੂਲਰ ਬੰਡਲਸ ਦਾ। ਐਕਸ ਆਰਕ, ਪ੍ਰੋਟੋਜ਼ਾਈਲਮ ਬਾਰ ਨੂੰ ਹੈ, ਠੀਕ ਹੈ ਜੀ। ਪੈਰਨਕਾਈਮੇਟਸ ਸੈੱਲਸ ਜਿਹੜੇ ਕਿ ਜ਼ਾਈਲਮ ਦੇ ਨਾਲ ਐਸੋਸੀਏਟਡ ਹੁੰਦੇ ਆ, ਉਹਨਾਂ ਦੇ ਵੀ ਜਿਹੜੇ ਸੈੱਲਸ ਹੈ ਉਹ ਥਿਕ ਵਾਲਡ ਲਿਗਨੀਫਾਈਡ ਹੁੰਦੇ ਆ। ਅਤੇ ਲਾਸਟ ਤੁਹਾਡੇ ਕੋਲ 10ਵਾਂ ਪੁਆਇੰਟ ਆ ਗਿਆ ਮੋਨੋਕੋਟ ਰੂਟ ਦੇ ਵਿੱਚ, ਪਿੱਥ। ਇੱਥੇ ਪਿੱਥ ਜਿਹੜੀ ਹੈ ਲਾਰਜ ਹੈ, ਜਦ ਕਿ ਡਾਈਕੋਟ ਰੂਟਸ ਦੇ ਵਿੱਚ ਕੀ ਸੀ, ਪਿੱਥ ਬਹੁਤ ਛੋਟੀ ਸੀ, ਥੋੜ੍ਹੀ ਜਿਹੀ ਸੀ, ਹੈ ਨਾ। ਇਹਦੇ 'ਚ ਪਿੱਥ ਨੇ ਕਾਫੀ ਏਰੀਆ ਕਵਰ ਕੀਤਾ ਹੋਇਆ ਮੋਨੋਕੋਟ ਰੂਟ ਦੇ ਵਿੱਚ, ਕਾਫੀ ਜ਼ਿਆਦਾ ਇੰਟਰਸੈਲੂਲਰ ਸਪੇਸਿਸ ਪ੍ਰੈਜ਼ੈਂਟ ਹੁੰਦੀਆਂ, ਅਤੇ ਪਿੱਥ ਦੇ ਅੰਦਰ ਸਟਾਰਚ ਗ੍ਰੇਨਸ ਵੀ ਪ੍ਰੈਜ਼ੈਂਟ ਹੁੰਦੇ ਆ। ਚਲੀਏ ਹੁਣ ਧਿਆਨ ਦੇ ਨਾਲ ਸੁਣਿਓ, ਸਕੈਂਡਰੀ ਗਰੋਥ ਸੁਣਿਓ ਰੂਟਸ ਦੇ ਵਿੱਚ। ਹੁਣ ਸਕੈਂਡਰੀ ਗਰੋਥ, ਉਹ ਪ੍ਰਾਇਮਰੀ ਰੂਟ ਕਹਿ ਲਓ ਜਾਂ ਪ੍ਰਾਇਮਰੀ ਗਰੋਥ ਕਹਿ ਲਓ, ਹੈ ਨਾ। ਉਹ ਤਾਂ ਅਸੀਂ ਸਿੰਪਲ ਦੱਸ ਦਿੱਤਾ ਵੀ ਕਿਸੇ ਰੂਟ ਦੇ ਵਿੱਚ ਕਿਹੜੇ ਪਾਰਟਸ ਹੁੰਦੇ ਆ, ਅਤੇ ਉਹ ਕਿਹੜੇ ਸੈੱਲਸ ਦੇ ਬਣੇ ਹੁੰਦੇ ਆ। ਹੁਣ ਆ ਜਾਓ ਸਕੈਂਡਰੀ ਗਰੋਥ ਰੂਟ ਦੇ ਵਿੱਚ, ਧਿਆਨ ਨਾਲ ਸੁਣਿਓ। ਇਹਦੇ 'ਚ ਮੈਡੂਲਰੀ ਰੇਸ, ਕੈਂਬੀਅਮ ਬਣਨ ਜਾ ਰਿਹਾ, ਜਿਹੜਾ ਸ਼ੁਰੂ 'ਚ ਤੁਹਾਨੂੰ ਕਿੰਨੀ ਵਾਰੀ ਦੱਸਿਆ, ਵੈਸਕੂਲਰ ਕੈਂਬੀਅਮ, ਕੌਰਕ ਕੈਂਬੀਅਮ, ਕੌਰਕ ਬਣਨਾ ਸ਼ੁਰੂ ਹੋ ਜਾਂਦਾ, ਡੈਡ ਸੈੱਲਸ ਦੀ ਬਾਹਰ ਵਾਲੇ ਪਾਸੇ ਲੇਅਰ ਬਣਨੀ ਸ਼ੁਰੂ ਹੋ ਜਾਂਦੀ ਹੈ। ਇਹਨੂੰ ਧਿਆਨ ਦੇ ਨਾਲ ਸਮਝਿਓ। ਹੁਣ ਸਕੈਂਡਰੀ ਗਰੋਥ ਜਿਹੜੀ ਹੈਗੀ ਹੈ ਨੈਚੁਰਲੀ ਬੱਚੇ, ਇਹਦੇ ਨਾਲ ਕੀ ਹੋਏਗਾ, ਰੂਟ ਦੀ ਥਿਕਨੈਸ ਵਧੇਗੀ। ਸੋ ਜ਼ਿਆਦਾ ਕਰਕੇ ਸਕੈਂਡਰੀ ਗਰੋਥ ਡਾਈਕੋਟਿਲੀਡਨਸ ਰੂਟਸ ਦੇ ਵਿੱਚ ਪਾਈ ਜਾਂਦੀ ਹੈ, ਪਰ ਐਕਸੈਪਸ਼ਨਸ ਹੈਗੀਆਂ ਨੇ। ਮੋਨੋਕੋਟ ਰੂਟਸ ਦੇ ਵਿੱਚ ਤਾਂ ਹੁੰਦੀ ਨਹੀਂ ਸਕੈਂਡਰੀ ਗਰੋਥ, ਕਈ ਵਾਰੀ ਕੁਛ ਡਾਈਕੋਟ ਰੂਟਸ ਵੀ ਹੁੰਦੀਆਂ ਨੇ, ਖਾਸ ਤੌਰ 'ਤੇ ਜਿਹੜੇ ਹਰਬੇਸ਼ੀਅਸ ਪਲਾਂਟਸ ਹੁੰਦੇ ਆ, ਹਰਬੇਸ਼ੀਅਸ ਡਾਈਕੋਟਿਲੀਡਨਸ ਹੁੰਦੇ ਆ, ਹੈ ਨਾ, ਠੀਕ ਆ। ਉਹਨਾਂ ਦੇ ਵਿੱਚ ਤਕਰੀਬਨ ਸਕੈਂਡਰੀ ਗਰੋਥ ਐਬਸੈਂਟ ਹੁੰਦੀ ਹੈ, ਜਿਵੇਂ ਕਿ ਉਹਨੇ ਦੱਸ ਦਿੱਤਾ ਰੈਨਨਕੁਲਸ ਪਲਾਂਟ ਹੈਗਾ, ਹੈ ਨਾ, ਮਤਲਬ ਕਿ ਉਹਨਾਂ ਦੇ ਉਹ ਇੰਨੇ ਜ਼ਿਆਦਾ ਡਿਵੈਲਪ ਨਹੀਂ ਹੋਏ ਹੁੰਦੇ, ਗ੍ਰੀਨ ਕਲਰ ਦੇ ਹੀ ਹੁੰਦੇ ਆ। ਉਹ ਡਾਈਕੋਟ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਵਿੱਚ ਸਕੈਂਡਰੀ ਗਰੋਥ ਨਹੀਂ ਹੁੰਦੀ। ਚਲੀਏ ਹੁਣ ਫਿਰ ਡਾਈਕੋਟਿਲੀਡਨਸ ਰੂਟ ਦੇ ਵਿੱਚ ਸਕੈਂਡਰੀ ਗਰੋਥ, ਧਿਆਨ ਦੇ ਨਾਲ ਸੁਣਿਓ, ਮੈਂ ਸਾਰਾ ਇਸ ਤਰ੍ਹਾਂ ਹੀ ਬੋਲਾਂਗੀ, ਠੀਕ ਹੈ। ਸਕੈਂਡਰੀ ਗਰੋਥ ਇਨ ਡਾਈਕੋਟਿਲਸ ਰੂਟ ਅਕਰਸ ਬਾਈ ਦਾ ਇਨੀਸ਼ੀਏਸ਼ਨ ਐਂਡ ਦਾ ਐਕਟੀਵਿਟੀ ਆਫ 2 ਸਕੈਂਡਰੀ ਮੈਰੀਸਟੈਮਸ, ਵੈਸਕੂਲਰ ਕੈਂਬੀਅਮ, ਕੌਰਕ ਕੈਂਬੀਅਮ। ਇਹਨੂੰ ਨਹੀਂ ਭੁੱਲਣਾ, ਜੇ ਆਹ ਗੱਲ ਸਮਝਣਾ ਨਾ ਆਈ ਤੇ ਇਹ ਟੌਪਿਕ ਸਮਝ ਨਹੀਂ ਆਉਣਾ। ਕੀ ਕਹਿੰਦਾ ਪਿਆ ਹੈਗਾ ਕਿ ਰੂਟਸ ਦੇ ਵਿੱਚ, ਡਾਈਕੋਟਸ ਰੂਟਸ ਦੇ ਵਿੱਚ ਸਕੈਂਡਰੀ ਗਰੋਥ ਜਿਹੜੀ ਹੈਗੀ ਹੈ ਕਦੋਂ ਸ਼ੁਰੂ ਹੁੰਦੀ ਹੈ, ਜਦੋਂ ਵੈਸਕੂਲਰ ਕੈਂਬੀਅਮ ਅਤੇ ਕੌਰਕ ਕੈਂਬੀਅਮ ਦੀ ਸ਼ੁਰੂਆਤ ਹੋ ਜਾਂਦੀ ਹੈ, ਉਹਨਾਂ ਦੀ ਐਕਟੀਵਿਟੀ
ਐਕਟੀਵਿਟੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ। ਸੋ ਇਹ ਕੌਣ ਨੇ? 2 ਸਕੈਂਡਰੀ ਮੈਰੀਸਟੈਮਸ। ਹੁਣ ਤੁਹਾਨੂੰ ਪਤਾ ਹੋਣਾ ਚਾਹੀਦਾ ਮੈਰੀਸਟੈਮਸ ਅਸੀਂ ਸ਼ੁਰੂ 'ਚ ਪੜ੍ਹੀਆਂ ਸੀ, ਏਪੀਕਲ, ਇੰਟਰਕੈਲਰੀ, ਲੇਟਰਲ ਮੈਰੀਸਟੈਮਸ, ਉੱਥੇ ਆਈ ਸੀ ਇਹ ਦੋਨੋਂ। ਚਲੀਏ ਹੁਣ ਸਭ ਤੋਂ ਪਹਿਲਾਂ ਆ ਜਾਓ ਵੈਸਕੂਲਰ ਕੈਂਬੀਅਮ ਦੇ ਉੱਤੇ। ਹੁਣ ਜਿਹੜੀ ਪ੍ਰੋਸੈਸ ਹੈਗੀ ਹੈ ਸੈਕੰਡਰੀ ਗਰੋਥ ਦੀ ਡਾਈਕੋਟ ਰੂਟ ਦੇ ਵਿੱਚ, ਉਹ ਵੈਸਕੂਲਰ ਕੈਂਬੀਅਮ ਸਟ੍ਰਿਪਸ ਬਣਨੀਆਂ ਸ਼ੁਰੂ ਹੋ ਜਾਂਦੀਆਂ। ਠੀਕ ਹੈ ਜੀ, ਲੰਬੀਆਂ ਲੰਬੀਆਂ ਧਾਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਵੈਸਕੂਲਰ ਕੈਂਬੀਅਮ ਦੀਆਂ। ਕੈਂਬੀਅਮ ਸਟ੍ਰਿਪਸ ਜਿਹੜੀਆਂ ਹੈਗੀਆਂ ਨੇ ਉਹ ਕਿੱਥੋਂ ਪੈਦਾ ਹੋਈਆਂ? ਹੁਣ ਇਹ ਸੁਣੋ। ਠੀਕ ਹੈ। ਸੋ ਪ੍ਰਾਇਮਰੀ ਫਲੋਏਮ ਜਿਹੜੀ ਹੈਗੀ ਹੈ, ਹੁਣ ਤੁਹਾਡੇ ਦਿਮਾਗ 'ਚ ਆ ਜਾਣੀ ਚਾਹੀਦੀ ਕਿ ਫਲੋਏਮ ਕਿੱਥੇ ਪ੍ਰੈਜ਼ੈਂਟ ਹੈਗੀ ਹੈ। ਫਲੋਏਮ ਜਿਹੜੀ ਹੈਗੀ ਪ੍ਰਾਇਮਰੀ ਫਲੋਏਮ, ਉਹਦੇ ਜਿਹੜੇ ਅੰਦਰ ਵਾਲੇ ਜਿਹੜੇ ਐਜਿਸ ਹੁੰਦੇ ਆ ਨਾ, ਉਹਦੇ ਪੇਰੈਨਕਾਈਮੇਟਸ ਸੈੱਲ ਤੋਂ ਬਣੀਆਂ ਵੈਸਕੂਲਰ ਕੈਂਬੀਅਮ ਸਟ੍ਰਿਪਸ। ਇਹਦਾ ਮਤਲਬ ਕਿ ਕਿੰਨੀਆਂ ਕੈਂਬੀਅਮ ਸਟ੍ਰਿਪਸ ਬਣਨੀਆਂ। ਠੀਕ ਹੈ। ਸੋ ਉਹ ਡਿਪੈਂਡ ਕਰਦਾ, ਠੀਕ ਹੈ, ਕਿ ਵੈਸਕੂਲਰ ਬੰਡਲ ਦੇ ਅੰਦਰ ਕਿੰਨੇ ਜ਼ਾਈਲਮ ਐਂਡ ਫਲੋਏਮ ਦੇ ਸਟੈਂਡਸ ਹੈ। ਜੇਕਰ ਕਿਸੇ ਰੂਟ ਦੇ ਅੰਦਰ 2 ਜ਼ਾਈਲਮ ਸਟੈਂਡਸ ਹੈ, ਡਾਈ ਆਰਕ ਹੈ ਨਾ, 2 ਵੈਸਕੂਲਰ ਬੰਡਲ ਹੈ ਤਾਂ 2 ਕੈਂਬੀਅਮ ਸਟ੍ਰਿਪ ਬਣਨਗੀਆਂ। ਜੇਕਰ ਰੂਟ ਟਰਾਈ ਆਰਕ ਹੈਗੀ ਹੈ, ਸਮਝਦੇ ਪਏ ਹੋ, ਜ਼ਾਈਲਮ ਐਂਡ ਫਲੋਏਮ 3 ਹੈ। ਠੀਕ ਹੈ। ਸੋ 3 ਕੈਂਬੀਅਮ ਸਟ੍ਰਿਪਸ ਬਣਨਗੀਆਂ। ਸੋ ਮੈਨੂੰ ਲੱਗਦਾ ਕਿ ਤੁਹਾਨੂੰ ਇਹ ਗੱਲ ਪਹਿਲੀ ਗੱਲ ਸਮਝ ਆ ਗਈ ਤੁਹਾਨੂੰ ਵੈਸਕੂਲਰ ਕੈਂਬੀਅਮ ਸਟ੍ਰਿਪਸ ਕਿੱਥੋਂ ਬਣਦੀਆਂ ਹੈਗੀਆਂ। ਠੀਕ ਹੈ। ਪ੍ਰਾਇਮਰੀ ਫਲੋਏਮ ਤੋਂ ਬਣਦੀਆਂ। ਸਮਝਦੇ ਪਏ ਹੋ, ਜਿੰਨਾ ਜ਼ਿਆਦਾ ਨੰਬਰ ਹੋਏਗਾ ਨਾ ਫਲੋਏਮ ਅਤੇ ਜ਼ਾਈਲਮ ਸਟੈਂਡਸ ਦਾ, ਉਨੇ ਜ਼ਿਆਦਾ ਕੈਂਬੀਅਲ ਸਟ੍ਰਿਪਸ ਬਣਨਗੀਆਂ, ਹੈ ਨਾ। ਸੋ ਇਹਦੇ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਡਾਇਗਰਾਮਸ ਵੀ ਦਿਖਾ ਦੇਣਾ ਚਾਹੁੰਦੀ ਹਾਂ, ਹੈ ਨਾ। ਸੈਕੰਡਰੀ ਗਰੋਥ ਹੋ ਰਹੀ ਹੈ, ਆ ਦੇਖੋ ਐਪੀਡਰਮਿਸ, ਕੋਟੈਕਸ, ਇਹ ਥੋੜ੍ਹੀ ਬਦਲ ਜਾਣੇ ਆ, ਐਂਡੋਡਰਮਿਸ, ਹੈ ਨਾ, ਪ੍ਰੋਟੋਜ਼ਾਈਲਮ, ਮੈਟਾਜ਼ਾਈਲਮ, ਫਲੋਏਮ। ਫਿਰ ਦੇਖੋ ਕਿਸ ਤਰੀਕੇ ਦੇ ਨਾਲ ਆ ਅੰਦਰੋਂ ਦੀ ਕੈਂਬੀਅਲ ਸਟ੍ਰਿਪਸ ਬਣਨੀਆਂ ਸ਼ੁਰੂ ਹੋ ਗਈਆਂ। ਕੈਂਬੀਅਲ ਸਟ੍ਰਿਪਸ, ਫਾਰਮੇਸ਼ਨ ਆਫ ਕੈਂਬੀਅਮ ਅੰਦਰੋਂ ਅੰਦਰੀ ਬਣਨਾ ਸ਼ੁਰੂ ਹੋ ਗਿਆ। ਆ ਫਲੋਏਮ, ਇਹ ਹੁਣ ਬਣ ਜਾਣੀ ਹੈ ਪ੍ਰਾਇਮਰੀ ਜ਼ਾਈਲਮ, ਕਿਉਂਕਿ ਇੱਥੇ ਹੁਣ ਸਕੈਂਡਰੀ ਵਰਡ ਵੀ ਆਉਣਾ ਸ਼ੁਰੂ ਹੋ ਜਾਣਾ, ਕਿਉਂਕਿ ਸਕੈਂਡਰੀ ਗਰੋਥ ਹੋ ਰਹੀ ਹੈ। ਠੀਕ ਹੈ ਜੀ। ਸੋ ਅੰਦਰ ਵਾਲੀ ਜਿਹੜੀ ਆ ਸਟਾਰ ਬਣਿਆ ਹੋਇਆ ਡਾਰਕ ਕਲਰ ਦਾ, ਠੀਕ ਹੈ, ਸੋ ਇਹ ਕੌਣ ਹੈ? ਇਹ ਪ੍ਰਾਇਮਰੀ ਜ਼ਾਈਲਮ। ਓਕੇ। ਠੀਕ ਹੈ। ਪ੍ਰਾਇਮਰੀ ਜ਼ਾਈਲਮ ਹੈਗੀ ਹੈ। ਇਹ ਪ੍ਰਾਇਮਰੀ ਫਲੋਏਮ ਹੈ, ਕਿਉਂਕਿ ਇਹਨਾਂ 'ਚ ਬਹੁਤ ਸਾਰੀਆਂ ਚੇਂਜਿਸ ਆਉਣੀਆਂ। ਆ ਹੁਣ ਹੋਰ ਚੇਂਜਿਸ ਆਉਣੀਆਂ ਸ਼ੁਰੂ ਹੋਈਆਂ। ਠੀਕ ਹੈ। ਇਹਦੀ ਬਜਾਏ ਤੁਸੀਂ ਸਿਰਫ ਆਹ ਡਾਇਗਰਾਮ ਹੁਣ ਧਿਆਨ ਨਾਲ ਦੇਖੋ। ਹੁਣ ਹੋਇਆ ਕੀ, ਹੈ ਨਾ, ਲਾਸਟ ਦੇ ਵਿੱਚ, ਠੀਕ ਹੈ, ਕੀ ਹੈ ਕਿ ਕੋਰਕ ਕੈਂਬੀਅਮ ਵੀ ਪ੍ਰੈਜ਼ੈਂਟ ਹੋ ਜਾਣਾ ਤਾਂ ਪੈਰੀਡਰਮ ਬਣ ਜਾਣੀ। ਠੀਕ ਹੈ। ਪ੍ਰਾਇਮਰੀ ਫਲੋਏਮ ਬਿਲਕੁਲ ਬਾਹਰ ਆ ਗਈ ਹੈ। ਠੀਕ ਹੈ ਜੀ। ਹੁਣ ਇੱਥੇ ਸਕੈਂਡਰੀ ਫਲੋਏਮ ਬਣਨੀ ਸ਼ੁਰੂ ਹੋ ਜਾਣੀ। ਇੱਥੇ ਪ੍ਰਾਇਮਰੀ ਫਲੋਏਮ, ਸਕੈਂਡਰੀ ਫਲੋਏਮ, ਹੈ ਨਾ। ਪ੍ਰਾਇਮਰੀ ਜ਼ਾਈਲਮ ਪਹਿਲਾਂ ਹੀ ਅੰਦਰ ਸੀ, ਸਕੈਂਡਰੀ ਜ਼ਾਈਲਮ ਬਣਨੀ ਸ਼ੁਰੂ ਹੋ ਜਾਣੀ ਅਤੇ ਪੂਰੀ ਕੈਂਬੀਅਮ ਦੀ ਇੱਕ ਰਿੰਗ ਬਣ ਜਾਣੀ। ਠੀਕ ਹੈ। ਇਹਨੇ ਫਲੋਏਮ ਨੂੰ ਬਾਹਰ ਧੱਕਣਾ ਸ਼ੁਰੂ ਕਰ ਦੇਣਾ ਨਾ, ਨੈਚੁਰਲੀ ਇਹਦੇ ਅੰਦਰ ਬਣਨੇ ਸ਼ੁਰੂ ਹੋ ਗਿਆ ਕੈਂਬੀਅਮ। ਫਲੋਏਮ ਹੋਰ ਬਾਹਰ ਨੂੰ ਧੱਕੀ ਜਾਣੀ ਹੈਗੀ ਹੈ, ਅਤੇ ਜਿਹੜੀ ਐਪੀਡਰਮਿਸ ਵਗੈਰਾ ਹੁੰਦੀ ਸੀ ਉਹ ਹੁਣ ਪੈਰੀਡਰਮ ਬਣ ਜਾਣੀ ਹੈ। ਕੋਰਕ ਕੈਂਬੀਅਮ ਉਹ ਤੁਹਾਨੂੰ ਡਿਟੇਲ ਦੇ ਵਿੱਚ ਬਾਅਦ ਵਿੱਚ ਅੱਗੇ ਵੀ ਮੈਂ ਦੱਸਦੀ ਹਾਂ। ਆਹ ਡਾਇਗਰਾਮ ਐਂਡਲੀ ਡਾਇਗਰਾਮ ਹੋਏਗੀ। ਠੀਕ ਹੈ। ਡਾਈਕੋਟ ਰੂਟ ਵਿਦ ਸਕੈਂਡਰੀ ਗਰੋਥ। ਤਾਂ ਦੇਖਿਆ ਕਿੰਨੀਆਂ ਚੇਂਜਿਸ ਆ ਗਈਆਂ। ਤਾਂ ਨੈਚੁਰਲੀ ਜਿੱਦਾਂ ਤੁਹਾਡੇ 'ਚ ਚੇਂਜਿਸ ਆਉਂਦੀਆਂ ਹੈਗੀਆਂ, ਪਹਿਲਾਂ ਤੁਸੀਂ ਬੱਚੇ ਹੋ, ਠੀਕ ਹੈ, ਸੋ ਤੁਹਾਡੀ ਨੋਰਮਲੀ ਗਰੋਥ ਹੋ ਰਹੀ ਹੈ, ਸਿਰਫ ਹਾਈਟ ਹੀ ਵੱਧ ਰਹੀ ਹੈ। ਪਰ ਜਦੋਂ ਤੁਹਾਡੇ ਵਿੱਚ ਪਿਊਬਰਟੀ ਪੀਰੀਅਡ ਸ਼ੁਰੂ ਹੋ ਜਾਣਾ, ਤੁਹਾਡੇ ਵਿੱਚ ਕੁੜੀਆਂ 'ਚ ਮੁੰਡਿਆਂ 'ਚ, ਤਾਂ ਕਿੰਨੀਆਂ ਸਾਰੀਆਂ ਚੇਂਜਿਸ ਆਉਣੀਆਂ। ਇਸ ਤਰ੍ਹਾਂ ਹੀ ਹੈ ਨਾ। ਪ੍ਰਾਇਮਰੀ ਗਰੋਥ ਸੀਗੇ ਅਤੇ ਨੋਰਮਲ ਸਟਰਕਚਰ ਸੀਗੇ, ਹੁਣ ਸੈਕੰਡਰੀ ਗਰੋਥ ਤਾਂ ਹੋਰ ਸਟਰਕਚਰ ਪੈਦਾ ਹੋਣੇ ਸ਼ੁਰੂ ਹੋ ਗਏ। ਹੁਣ ਧਿਆਨ ਦੇ ਨਾਲ ਸੁਣੋ, ਇਹ ਜਿਹੜੀ ਕੈਂਬੀਅਲ ਸਟ੍ਰਿਪਸ ਜਿਹੜੀਆਂ ਹੈਗੀਆਂ ਨੇ, ਉਹਨਾਂ ਦੇ ਜਿਹੜੇ ਸੈੱਲਸ ਹੈ ਬਾਰ-ਬਾਰ ਡਿਵਾਈਡ ਕਰਦੇ ਆ, ਅੰਦਰ ਵੀ ਬਾਹਰ ਵੀ। ਧਿਆਨ ਨਾਲ ਦੇਖਦੇ ਪਏ ਹੋ ਕੀ ਕਿਹਾ ਕਿ ਆ ਜਿਹੜੀਆਂ ਹੁਣ ਕੈਂਬੀਅਮ ਦੀਆਂ ਸਟ੍ਰਿਪਸ ਬਣ ਚੁੱਕੀਆਂ ਨੇ। ਠੀਕ ਹੈ। ਜ਼ਾਈਲਮ ਅਤੇ ਫਲੋਏਮ ਦੇ ਵਿਚਕਾਰ ਜਿਹੜਾ ਕੈਂਬੀਅਮ ਬਣ ਚੁੱਕਾ। ਠੀਕ ਹੈ। ਸੋ ਆ ਇੱਥੇ ਵੀ ਦਿਖਾਇਆ ਆ ਕੈਂਬੀਅਮ। ਤਾਂ ਨੈਚੁਰਲੀ ਇਹਦਾ ਫਲੋਏਮ ਅਤੇ ਜ਼ਾਈਲਮ 'ਤੇ ਅਸਰ ਤਾਂ ਪੈਣਾ ਹੀ ਹੈ ਨਾ, ਉਹ ਬਾਰ-ਬਾਰ ਡਿਵਾਈਡ ਕਰਦਾ ਜਾ ਰਿਹਾ ਹੈਗਾ। ਠੀਕ ਹੈ। ਸੋ ਉਹ ਅੰਦਰਲੇ ਪਾਸੇ ਕੀ ਬਣਾ ਰਿਹਾ ਫਿਰ? ਕੈਂਬੀਅਮ ਡਿਵਾਈਡ ਹੋ ਕੇ ਸਕੈਂਡਰੀ ਜ਼ਾਈਲਮ। ਕੈਂਬੀਅਮ ਨੇ ਅੰਦਰ ਵਾਲੇ ਪਾਸੇ ਕੀ ਬਣਾ ਦਿੱਤਾ ਹੈਗਾ? ਸਕੈਂਡਰੀ ਜ਼ਾਈਲਮ ਬਣਾ ਦਿੱਤਾ ਹੈਗਾ। ਠੀਕ ਹੈ। ਸੋ ਅਤੇ ਬਾਹਰ ਵਾਲੇ ਪਾਸੇ ਕੀ ਬਣਾ ਦਿੱਤੀ ਹੈ? ਸਕੈਂਡਰੀ ਫਲੋਏਮ। ਓਕੇ। ਪਹਿਲਾਂ ਪ੍ਰਾਇਮਰੀ ਸੀਗੀਆਂ, ਹੁਣ ਸਕੈਂਡਰੀ ਜ਼ਾਈਲਮ ਬਣ ਗਈ ਕੈਂਬੀਅਮ ਤੋਂ, ਅਤੇ ਉਹਦੇ ਬਾਹਰ ਜਾਂ ਡੋਟਡ ਕੀ ਬਣ ਗਈ ਹੈਗੀ? ਸਕੈਂਡਰੀ ਫਲੋਏਮ। ਓਕੇ। ਇਹ 2 ਚੀਜ਼ਾਂ ਬਣਨੀਆਂ ਸ਼ੁਰੂ ਹੋ ਗਈਆਂ। ਅੱਛਾ, ਹੁਣ ਕੀ ਹੋਇਆ? ਹੁਣ ਜਿਹੜਾ ਪੈਰੀਸਾਈਕਲ ਇੱਥੇ ਪ੍ਰੈਜ਼ੈਂਟ ਹੁੰਦਾ ਸੀ ਨਾ, ਕੋਟੈਕਸ ਤੋਂ ਅੰਦਰ, ਨਹੀਂ ਦੱਸਿਆ, ਆ ਐਂਡੋਡਰਮਿਸ ਤੋਂ ਅੰਦਰ ਜਿਹੜਾ ਪੈਰੀਸਾਈਕਲ ਸੀ, ਹੁਣ ਇਹਦਾ ਰੋਲ ਸੁਣੋ ਧਿਆਨ ਦੇ ਨਾਲ। ਹੁਣ ਕੀ ਹੋਇਆ ਕਿ ਪੈਰੀਸਾਈਕਲ ਦੇ ਜਿਹੜੇ ਸੈੱਲ ਸੀ ਨਾ, ਹੈ ਨਾ, ਠੀਕ ਹੈ, ਜਿਹੜੇ ਕਿ ਪ੍ਰੋਟੋਜ਼ਾਈਲਮ ਵਾਲੇ ਪਾਸੇ ਸੀਗੇ, ਉਹ ਵੀ ਹੁਣ ਡਿਵਾਈਡ ਕਰ ਗਏ। ਠੀਕ ਹੈ। ਇਹ ਜਿਹੜੇ ਸੈੱਲ ਸੀਗੇ ਨਾ ਅੰਦਰ ਵਾਲੇ ਪਾਸੇ ਮੈਰਿਸਟੇਮੈਟਿਕ ਰਹਿ ਗਏ, ਅਤੇ ਇਹਨਾਂ ਨੇ ਕਿਹਦੀ ਤਰ੍ਹਾਂ ਬਿਹੇਵ ਕਰਨਾ ਸ਼ੁਰੂ ਕਰ ਦਿੱਤਾ? ਰੇ ਇਨੀਸ਼ੀਅਲਸ, ਜਿਨ੍ਹਾਂ ਨੂੰ ਅਸੀਂ ਕੈਂਬੀਅਮ ਕਹਾਂਗੇ। ਹੁਣ 2 ਤਰੀਕਿਆਂ ਦੇ ਨਾਲ ਕੈਂਬੀਅਮ ਡਿਵੈਲਪ ਹੋ ਰਿਹਾ। ਇੱਕ ਮੈਂ ਕੀ ਦੱਸਿਆ ਤੁਹਾਨੂੰ? ਜ਼ਾਈਲਮ ਐਂਡ ਫਲੋਏਮ ਤੋਂ ਡਿਵੈਲਪ ਹੋਇਆ। ਠੀਕ ਹੈ। ਜਿਹਨੇ ਕਿ ਕੀ ਕਰ ਦਿੱਤਾ? ਸਕੈਂਡਰੀ ਜ਼ਾਈਲਮ, ਸਕੈਂਡਰੀ ਫਲੋਏਮ ਬਣਵਾ ਦਿੱਤੀ। ਹੁਣ ਕੀ ਸੀ ਕਿ ਜਿਹੜਾ ਪੈਰੀਸਾਈਕਲ ਸੀਗਾ ਨਾ, ਪੈਰੀਸਾਈਕਲ ਐਂਡੋਡਰਮਿਸ ਤੋਂ ਅੰਦਰ, ਠੀਕ ਹੈ ਨਾ, ਸੋ ਉਹਦੇ ਕੁਛ ਜਿਹੜੇ ਸੈੱਲ ਸੀਗੇ,
ਸਮਝਦੇ ਪਏ ਹੋ। ਉਹ ਡਿਵਾਈਡ ਕਰਕੇ ਠੀਕ ਹੈ ਤੇ ਉਹਨਾਂ ਨੇ ਕੀ ਬਣਾ ਦਿੱਤੇ ਰੇ ਇਨੀਸ਼ੀਅਲ, ਮਤਲਬ ਕਿ ਫਿਰ ਤੋਂ ਦੁਬਾਰਾ ਨਵਾਂ ਕੈਂਬੀਅਮ ਬਣ ਗਿਆ। ਇਸ ਤਰੀਕੇ ਦੇ ਨਾਲ ਠੀਕ ਹੈ ਸੋ ਕੈਂਬੀਅਲ ਸਟ੍ਰਿਪਸ ਪਹਿਲਾਂ ਤੋਂ ਬਣੀਆਂ ਹੋਈਆਂ ਸੀ ਜ਼ਾਈਲਮ ਐਂਡ ਫਲੋਇਮ ਤੋਂ, ਠੀਕ ਹੈ ਤੇ ਪੈਰੀਸਾਈਕਲ ਤੋਂ ਵੀ ਕੈਂਬੀਅਮ ਬਣ ਗਿਆ। ਇਸ ਕਰਕੇ ਬੱਚੇ ਇੱਕ ਕੰਪਲੀਟ ਰਿੰਗ ਬਣਨੀ ਸ਼ੁਰੂ ਹੋ ਗਈ ਕੈਂਬੀਅਮ ਦੀ, ਕੰਪਲੀਟ ਰਿੰਗ। ਆ ਦੇਖੋ ਆ ਇਹ ਕੈਂਬੀਅਮ, ਆਹ ਠੀਕ ਹੈ ਨਾ, ਆਹ ਕੈਂਬੀਅਮ ਹੈਗਾ, ਧਿਆਨ ਦੇ ਨਾਲ ਦੇਖੋ ਠੀਕ ਹੈ ਨਾ। ਫਿਰ ਸੈਕੰਡਰੀ ਜ਼ਾਈਲਮ, ਪ੍ਰਾਇਮਰੀ ਜ਼ਾਈਲਮ, ਪ੍ਰਾਇਮਰੀ ਫਲੋਇਮ, ਸੈਕੰਡਰੀ ਫਲੋਇਮ, ਉਹਨਾਂ ਦੇ ਵਿਚਕਾਰ ਜ਼ਾਈਲਮ ਤੇ ਫਲੋਇਮ ਦੇ ਵਿਚਕਾਰ ਹੀ ਹੁੰਦਾ ਕੈਂਬੀਅਮ। ਪਿੱਛੇ ਤੁਹਾਨੂੰ ਵੈਸਕੂਲਰ ਬੰਡਲ ਪੜ੍ਹਾ ਕੇ ਆਈ ਹਾਂ, ਉੱਥੋਂ ਲਗਾਇਓ ਦਿਮਾਗ ਥੋੜ੍ਹਾ ਜਿਹਾ ਕਿ ਜ਼ਾਈਲਮ ਤੇ ਫਲੋਇਮ ਦੇ ਵਿਚਕਾਰ ਹੁੰਦਾ ਹਮੇਸ਼ਾ ਹੀ ਕੈਂਬੀਅਮ, ਤਾਂ ਹੀ ਕਹਿੰਦੇ ਨਾ ਉਹਨਾਂ ਨੂੰ ਓਪਨ ਵੈਸਕੂਲਰ ਬੰਡਲ ਹੈ ਨਾ। ਸੋ ਜ਼ਾਈਲਮ ਐਂਡ ਫਲੋਇਮ ਦੇ ਵਿਚਕਾਰ ਹੈ, ਸਮਝਦੇ ਪਿਓ, ਸੈਕੰਡਰੀ ਜ਼ਾਈਲਮ ਸੈਕੰਡਰੀ ਫਲੋਇਮ, ਉਹਦੇ ਵਿਚਕਾਰ ਇਹ ਸਾਈਕਲ ਬਣ ਗਿਆ, ਕੰਪਲੀਟ ਬਣ ਗਈ ਹੁਣ ਰਿੰਗ ਕੈਂਬੀਅਮ ਦੀ, ਠੀਕ ਹੈ। ਸੋ ਜਿਹੜਾ ਕੈਂਬੀਅਮ ਹੁਣ ਤੁਸੀਂ ਪੈਰੀ ਸਾਈਕਲ ਤੋਂ ਲਿਆ ਹੈਗਾ ਨਾ, ਠੀਕ ਹੈ, ਸੋ ਉਹ ਬਹੁਤ ਸਾਰੀਆਂ ਵੈਸਕੂਲਰ ਰੇਜ਼ ਵੀ ਬਣਾਉਣਾ ਸ਼ੁਰੂ ਕਰ ਦਿੰਦਾ ਰੂਟ ਦੇ ਅੰਦਰ, ਹੈ ਨਾ। ਰੇਜ਼ ਜਿਹੜੇ ਹੈਗੇ ਆ ਠੀਕ ਹੈ, ਜੋ ਵੀ ਪੈਰੀ ਸਾਈਕਲ ਤੋਂ ਕੈਂਬੀਅਮ ਆਇਆ ਉਹਦੇ ਸੈਲਸ ਜਿਹੜੇ ਆ ਥਿਨ ਵਾਲਡ ਹੁੰਦੇ ਆ ਉਸ ਕੈਂਬੀਅਮ ਦੇ, ਪੇਰਨਕਾਈਮੇਟਸ ਹੁੰਦੇ ਆ, ਹੈ ਨਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਵੈਸਕੂਲਰ ਕੈਂਬੀਅਮ ਦੇ ਅੰਦਰ ਵੀ ਰੇਜ਼ ਬਣਨੀਆਂ ਸ਼ੁਰੂ ਹੋ ਗਈਆਂ, ਮਤਲਬ ਹੋਰ ਜ਼ਿਆਦਾ ਕੈਂਬੀਅਮ ਬਣਨਾ ਸ਼ੁਰੂ ਹੋ ਗਿਆ, ਠੀਕ ਹੈ ਨਾ। ਇਹ ਰੇਜ਼ ਜਿਹੜੀਆਂ ਹੈਗੀਆਂ ਸੈਕੰਡਰੀ ਜ਼ਾਈਲਮ ਸੈਕੰਡਰੀ ਫਲੋਇਮ ਉਹਦੇ ਵਿਚਕਾਰੋਂ ਦੀ ਵੀ ਨਿਕਲ ਜਾਂਦੀਆਂ, ਠੀਕ ਹੈ। ਸੋ ਕੀ ਕਰਦੀਆਂ ਇਹ ਫਿਰ ਸੈਕੰਡਰੀ ਵੈਸਕੂਲਰ ਟਿਸ਼ੂ ਜਿਹੜਾ ਹੈਗਾ ਇੱਕ ਕੰਟੀਨਿਊਸ ਸਿਲੰਡਰੀਕਲ ਹੈ ਨਾ, ਇੰਟਰਪਟਡ ਕੁਛ ਜਗ੍ਹਾ ਦੇ ਉੱਤੇ ਵੈਸਕੂਲਰ ਰੇਜ਼ ਦੇ ਨਾਲ ਇੰਟਰਪਟਡ ਪੋਰਸ਼ਨ ਬਣ ਜਾਂਦਾ, ਜਿਹੜਾ ਕਿ ਪ੍ਰਾਇਮਰੀ ਜ਼ਾਈਲਮ ਨੂੰ ਠੀਕ ਹੈ ਜਾ ਕੇ ਜੋੜ ਦਿੰਦਾ ਕਿਹਦੇ ਨਾਲ, ਕੋਟੈਕਸ ਦੇ ਨਾਲ। ਮਤਲਬ ਫਿਰ ਇਹ ਰੇਜ਼ ਜਿਹੜੀਆਂ ਇੰਨੀਆਂ ਜ਼ਿਆਦਾ ਨਿਕਲੀਆਂ ਹੈਗੀਆਂ ਨਾ ਪੈਰੀਸਾਈਕਲ ਵਾਲੇ ਕੈਂਬੀਅਮ ਤੋਂ, ਸਿੱਧੀ ਜਿਹੀ ਗੱਲ ਹੈ ਉਹਨੇ ਰੂਟ ਦੇ ਸਾਰੇ ਪਾਰਟਸ ਨੂੰ ਆਪਸ ਦੇ ਵਿੱਚ ਜੋੜ ਦਿੱਤਾ। ਨਹੀਂ ਤਾਂ ਦੇਖੋ ਪ੍ਰਾਇਮਰੀ ਜ਼ਾਈਲਮ ਕਿੱਥੇ ਸੀ, ਉਹ ਬਿਲਕੁਲ ਅੰਦਰ ਪਈ ਹੋਈ ਸੀ, ਤੇ ਕੋਟੈਕਸ ਕਿੱਥੇ ਹੈ, ਬਿਲਕੁਲ ਬਾਹਰ, ਉੱਥੇ ਤੱਕ ਜੋੜ ਦਿੱਤਾ ਰੇਜ਼ ਨੇ। ਕੋਈ ਔਖੀ ਗੱਲ ਨਹੀਂ ਹੈਗੀ ਹੈ ਨਾ। ਪੈਰੀਸਾਈਕਲ ਜਿਹੜਾ ਹੈਗਾ ਐਂਡੋਡਰਮਿਸ ਦੇ ਵਿੱਚੋਂ ਦੀ ਹੁੰਦੇ ਹੋਏ ਹੈ ਨਾ ਕੋਟੈਕਸ ਤੱਕ ਪਹੁੰਚਾ ਦਿੱਤਾ ਪ੍ਰਾਇਮਰੀ ਜ਼ਾਈਲਮ ਨੂੰ, ਠੀਕ ਹੈ। ਸੋ ਸ਼ੁਰੂ ਦੇ ਵਿੱਚ ਪ੍ਰਾਇਮਰੀ ਜ਼ਾਈਲਮ ਜਿਹੜੀ ਹੈਗੀ ਹੈ ਆਪਣੀ ਅਸਲੀ ਪੋਜੀਸ਼ਨ 'ਤੇ ਰਹਿੰਦੀ ਹੈ, ਪਰ ਜਿਹੜੀ ਪ੍ਰਾਇਮਰੀ ਫਲੋਇਮ ਹੈ ਉਹ ਬਹੁਤ ਬਾਰ ਕਿਉਂਕਿ ਬੱਚੇ ਇੰਨਾ ਕੁਛ ਅੰਦਰ ਡਿਵੈਲਪ ਹੋ ਚੁੱਕਾ, ਉਹ ਬਾਹਰ ਨੂੰ ਧੱਕੀ ਜਾਂਦੀ ਹੈ, ਠੀਕ ਹੈ। ਸੋ ਬਹੁਤ ਸਾਰੇ ਜਿਹੜੇ ਪੈਰੀਨੀਅਲ ਸ਼ਰਬਸ, ਮੈਂ ਨਹੀਂ ਹੁਣ ਦੱਸਣਾ ਪੈਰੀਨੀਅਲ ਕੀ ਹੁੰਦੀਆਂ, ਸ਼ਰਬਸ ਕੀ ਹੁੰਦੀਆਂ, ਵੁੱਡੀ ਕਲਾਈਂਬਰਸ ਜਿਹੜੇ ਹੁੰਦੇ ਆ, ਸੀਜ਼ਨ ਦੇ ਉੱਤੇ ਡਿਪੈਂਡ ਵੀ ਕਰਦੀ ਹੈ ਸੈਕੰਡਰੀ ਗਰੋਥ, ਕਿਉਂਕਿ ਤੁਹਾਨੂੰ ਅੱਗੇ ਜਾ ਕੇ ਵੀ ਪੜ੍ਹਾਉਣਾ ਹੈਗਾ ਵੁੱਡ ਦੇ ਬਾਰੇ 'ਚ ਦੱਸਣਾ ਬੱਚੇ। ਦੇਖੋ ਕਿਸ ਤਰ੍ਹਾਂ ਸੀਜ਼ਨ ਦੇ ਹਿਸਾਬ ਦੇ ਨਾਲ ਵੁੱਡ ਬਣਦੀ ਹੈ। ਸਪਰਿੰਗ ਸੀਜ਼ਨ 'ਚ ਬਸੰਤ ਰੁੱਤ ਦੇ ਵਿੱਚ ਜਿਹੜੀ ਜਦੋਂ ਵੁੱਡ ਬਣੇਗੀ ਉਹ ਸਪਰਿੰਗ ਵੁੱਡ ਹੋਏਗੀ, ਪਤਝੜ 'ਚ ਜਿਹੜੀ ਬਣੇਗੀ ਉਹ ਆਟਮ ਵੁੱਡ ਹੋਏਗੀ, ਹੈ ਨਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਸੈਕੰਡਰੀ ਗਰੋਥ ਜਿਹੜੀ ਹੈਗੀ ਹੈ ਸੀਜ਼ਨ ਦੇ ਹਿਸਾਬ ਦੇ ਨਾਲ ਵੀ ਹੋ ਸਕਦੀਆਂ, ਹੈ ਨਾ, ਠੀਕ ਹੈ। ਸੋ ਜਿੱਦਾਂ ਕਿ ਸੀਜ਼ਨ ਦੇ ਹਿਸਾਬ ਦੇ ਨਾਲ ਲਾਰਜ ਥਿਨ ਵਾਲਡ ਜ਼ਾਈਲਮ ਐਲੀਮੈਂਟਸ ਬਣਦੀਆਂ ਹੈਗੀਆਂ ਸਪਰਿੰਗ ਸੀਜ਼ਨ ਦੇ ਵਿੱਚ, ਹੈ ਨਾ, ਆਟਮ ਸੀਜ਼ਨ ਦੇ ਵਿੱਚ, ਠੀਕ ਹੈ ਜੀ। ਕਿਉਂਕਿ ਇਹ ਨਹੀਂ ਸੋਚਣਾ ਹੈਗਾ ਕਿ ਸਿਰਫ ਸਟੈਮ ਦੇ ਵਿੱਚ ਹੀ ਵੁੱਡ ਹੁੰਦੀ ਹੈ, ਠੀਕ ਹੈ ਨਾ, ਰੂਟ ਦੇ ਅੰਦਰ ਵੀ ਵੁੱਡ ਹੁੰਦੀ ਹੈ, ਸਮਝਦੇ ਹੋ। ਪਰ ਉਹ ਚਲੋ ਇੰਨੀ ਜ਼ਿਆਦਾ ਨਹੀਂ ਹੋਏਗੀ ਕਲੀ ਜ਼ਿਆਦਾ ਮਾਤਰਾ 'ਚ ਜਿੰਨੀ ਸਟੈਮ ਦੀ ਵੁੱਡ ਹੁੰਦੀ ਹੈ ਨਾ, ਠੀਕ ਹੈ। ਪਰ ਫਿਰ ਵੀ ਉਹਨਾਂ ਨੇ ਦੱਸਿਆ ਕਿ ਚੇਂਜਿਸ ਆਉਂਦੀਆਂ ਸੀਜ਼ਨ ਦੇ ਹਿਸਾਬ ਦੇ ਨਾਲ, ਠੀਕ ਹੈ। ਸੋ ਐਨੂਅਲ ਰਿੰਗਸ ਵੀ ਬਣਦੀਆਂ ਰੂਟ ਦੀ, ਸਟੈਮ ਦੇ ਅੰਦਰ ਵੀ ਐਨੂਅਲ ਰਿੰਗਸ ਬਣਦੀਆਂ, ਸੋਰੀ ਰੂਟ ਦੀ ਵੁੱਡ ਦੇ ਅੰਦਰ, ਪਰ ਉਹ ਇੰਨੀਆਂ ਕਲੀਅਰ ਨਹੀਂ ਹੋਣਗੀਆਂ, ਮੈਂ ਦੱਸਾਂਗੀ ਅੱਗੇ ਜਾ ਕੇ, ਤੁਹਾਨੂੰ ਘਬਰਾਉਣਾ ਨਹੀਂ ਹੈ। ਐਨੂਅਲ ਰਿੰਗਸ ਕੀ ਹੁੰਦੀਆਂ, ਬਹੁਤ ਇੰਪੋਰਟੈਂਟ ਸਟਰਕਚਰ ਹੈ ਐਨੂਅਲ ਰਿੰਗਸ ਸਟੈਮ ਦੇ ਵਿੱਚ, ਉੱਥੋਂ ਤੁਹਾਨੂੰ ਏਜ ਪਤਾ ਲੱਗੇਗੀ ਸਟੈਮ ਦੀ। ਤੁਸੀਂ ਪਤਾ ਨਹੀਂ ਕਦੀ ਦੇਖਿਆ ਕਿ ਨਹੀਂ ਜੰਗਲ ਦੇ ਵਿੱਚ, ਜਾਂ ਵੈਸੇ ਲੱਕੜੀ ਦਾ ਚੌੜਾ ਲੌਗ ਤੁਸੀਂ ਆਮ ਤੌਰ 'ਤੇ ਦੇਖਿਆ ਹੋਣਾ, ਉਹਦੇ 'ਚ ਤੁਸੀਂ ਦੇਖੋ ਕਦੀ ਕਾਰਪੈਂਟਰ ਦੀ ਸ਼ੌਪ 'ਤੇ ਵੀ ਜਾਓ, ਠੀਕ ਹੈ। ਸੋ ਵੁੱਡ ਦਾ ਇੱਕ ਲੌਗ ਦੇਖਿਓ, ਉਹਦੇ 'ਚ ਬੱਚੇ ਲਾਈਟ ਕਲਰ ਦੀਆਂ ਰਿੰਗਸ, ਡਾਰਕ ਕਲਰ ਦੀਆਂ ਰਿੰਗਸ ਬਣੀਆਂ ਹੋਣਗੀਆਂ, ਉਹ ਹੁੰਦੀਆਂ ਐਨੂਅਲ ਰਿੰਗਸ। ਤੋਂ ਵੁੱਡ ਹੈ, ਵੁੱਡ 'ਚ ਬਣੀਆਂ ਉਹ, ਠੀਕ ਹੈ ਜੀ। ਪਰ ਹਜੇ ਤੱਕ ਮੈਂ ਤੁਹਾਨੂੰ ਕਨਫਿਊਜ਼ ਨਹੀਂ ਕਰਨਾ ਚਾਹੁੰਦੀ, ਠੀਕ ਹੈ। ਸੋ ਅਸੀਂ ਹੁਣ ਕੀ ਕਰ ਰਹੇ ਹਾਂ, ਡਾਈਕੋਟ ਰੂਟ ਦੇ ਵਿੱਚ ਅਸੀਂ ਸੈਕੰਡਰੀ ਗਰੋਥ ਕਰਦੇ ਪਏ ਸੀ, ਹੋ ਗਿਆ ਹੁਣ ਸਾਰਾ ਦੱਸ ਦਿੱਤਾ, ਠੀਕ ਹੈ। ਵੈਸਕੂਲਰ ਕੈਂਬੀਅਮ ਕਿੱਦਾਂ ਬਣਿਆ, ਉਹ ਰੂਟ ਦੇ ਵਿੱਚ ਕੀ ਚੇਂਜਿਸ ਲੈ ਕੇ ਆਇਆ, ਅੱਗੇ ਤੁਹਾਨੂੰ ਯਾਦ ਹੈ ਤੁਹਾਨੂੰ ਇੱਥੇ ਸਮਝਾਇਆ ਸੀ, ਠੀਕ ਹੈ ਨਾ, ਕਿ ਵੈਸਕੂਲਰ ਕੈਂਬੀਅਮ ਦੀ ਸਾਰੀ ਐਕਟੀਵਿਟੀ ਹੈ ਸੈਕੰਡਰੀ ਗਰੋਥ ਦੇ ਵਿੱਚ। ਹੁਣ ਆ ਜਾਓ ਕੋਰਕ ਕੈਂਬੀਅਮ, ਠੀਕ ਹੈ ਜੀ। ਹੁਣ ਕੋਰਕ ਕੈਂਬੀਅਮ ਕੀ ਕਰਦਾ ਹੈਗਾ, ਐਡੀਸ਼ਨ ਆਫ ਮੋਰ ਐਂਡ ਮੋਰ ਟਿਸ਼ੂਜ਼ ਆਫ ਸੈਕੰਡਰੀ xylem and secondary phloem in the central part of the root exert pressures towards the periphery, ਹੈ ਨਾ। ਹੁਣ ਤੁਹਾਨੂੰ ਇੱਥੇ ਕੀ ਸਮਝਾਇਆ, ਠੀਕ ਹੈ। ਸੋ ਰੇ ਇਨੀਸ਼ੀਅਲਸ ਦੀ ਐਕਟੀਵਿਟੀ ਦੇ ਨਾਲ, ਠੀਕ ਹੈ, ਬਹੁਤ ਸਾਰਾ ਸੈਕੰਡਰੀ ਜ਼ਾਈਲਮ ਤੇ ਫਲੋਇਮ ਐਡ ਹੁੰਦਾ ਜਾ ਰਿਹਾ ਰੂਟ ਦੇ ਅੰਦਰ, ਉਹਨਾਂ ਦੀ ਹੁਣ ਐਕਟੀਵਿਟੀ ਦੇ ਕਰਕੇ ਕੀ ਹੋ ਰਿਹਾ, ਠੀਕ ਹੈ। ਸੋ ਜਿਹੜੇ ਟਿਸ਼ੂਸ
ਟੂ ਆਊਟਸਾਈਡ ਦਿਸ ਜ਼ੋਨ ਆਫ ਐਕਟਿਵ ਗਰੋਥ, ਉਹ ਕਰਸ਼ਡ ਹੋ ਗਏ, ਸਲਕਡ ਆਫ ਹੋ ਗਏ, ਕਿਉਂਕਿ ਇਹਨਾਂ ਨੇ ਇੰਨਾ ਜ਼ਿਆਦਾ ਅੰਦਰੋਂ ਦੀ ਉਹਨਾਂ ਦੇ ਉੱਤੇ ਪ੍ਰੈਸ਼ਰ ਪਾਇਆ ਕਿ ਬਾਹਰ ਇਹਨਾਂ ਤੋਂ ਬਾਹਰ ਜਿਹੜੇ ਵੀ ਸੈੱਲ ਸੀ ਨਾ, ਖਾਸ ਤੌਰ 'ਤੇ ਪ੍ਰਾਇਮਰੀ ਫਲੋਇਮ ਪ੍ਰੈਜ਼ੈਂਟ ਸੀਗੀ ਉੱਥੇ, ਠੀਕ ਹੈ ਨਾ, ਉਹ ਬਿਲਕੁਲ ਹੀ ਖ਼ਤਮ ਹੋਣਾ ਸ਼ੁਰੂ ਹੋ ਗਈ ਹੁਣ। ਪਰ ਅਸੀਂ ਨਹੀਂ ਚਾਹੁੰਦੇ ਕਿ ਜਿਹੜੀ ਸਾਡੀ ਸੈਕੰਡਰੀ ਫਲੋਇਮ ਹੈਗੀ ਆ ਨਾ, ਉਹਨੂੰ ਕੋਈ ਨੁਕਸਾਨ ਪਹੁੰਚੇ, ਇਸ ਕਰਕੇ ਕੀ ਫਿਰ ਉਹੀ, ਠੀਕ ਹੈ। ਸੋ ਪੈਰੀਸਾਈਕਲ ਦੇ ਅੰਦਰ ਨਵੀਆਂ ਕੈਂਬੀਅਲ ਰਿੰਗਸ ਬਣਨੀਆਂ ਸ਼ੁਰੂ ਹੋ ਜਾਂਦੀਆਂ, ਪੈਰੀਸਾਈਕਲ 'ਚ ਹੀ ਬਣ ਰਹੀਆਂ ਨੇ, ਕਿਉਂਕਿ ਪੈਰੀਸਾਈਕਲ ਜਿਹੜਾ ਹੈਗਾ, ਠੀਕ ਹੈ ਨਾ, ਉਹ ਵੀ ਇੱਕ ਮੇਨ ਸਟਰਕਚਰ, ਉਹਨੂੰ ਅਸੀਂ ਹੁਣ ਕਹਿਣਾ ਕੋਰਕ ਕੈਂਬੀਅਮ। ਉੱਥੇ ਕਿਹਾ ਸੀਗਾ ਵੈਸਕੂਲਰ ਕੈਂਬੀਅਮ, ਇੱਥੇ ਹੁਣ ਕੀ ਕਹਿਣਾ ਸ਼ੁਰੂ ਕਰ ਦੇਣਾ, ਬਾਰ ਵਾਲੇ ਹਿੱਸੇ 'ਚ ਰੂਟ 'ਤੇ ਹੁਣ ਬਣਨਾ ਸ਼ੁਰੂ ਹੋ ਗਿਆ ਕੋਰਕ ਕੈਂਬੀਅਮ, ਜਿਹਨੂੰ ਕਿ ਫੈਲੋਜਨ ਵੀ ਕਹਿੰਦੇ ਹੈ। ਮੈਂ ਤੁਹਾਨੂੰ ਦਿਖਾਉਂਦੀ ਡਾਇਗਰਾਮ। ਕੋਰਕ ਕੈਂਬੀਅਮ ਜਿਹੜਾ ਹੈਗਾ ਪੈਰੀਸਾਈਕਲ ਤੋਂ ਓਰੀਜੀਨੇਟ ਕੀਤਾ। ਕੋਰਕ ਕੈਂਬੀਅਮ ਦੇ ਜਿਹੜੇ ਹੁਣ ਸੈੱਲਸ ਹੈਗੇ ਆ ਨਾ ਬੱਚੇ, ਜਦੋਂ ਬਾਹਰ ਵੱਲ ਨੂੰ ਡਿਵਾਈਡ ਕਰਨਗੇ ਤੇ ਕੋਰਕ ਬਣਾਉਣਗੇ, ਜਿਹਨੂੰ ਫੈਲਮ ਵੀ ਕਹਿੰਦੇ ਆ, ਠੀਕ ਹੈ, ਸਮਝਦੇ ਪਏ ਹੋ। ਤੇ ਅੰਦਰ ਵਾਲਾ ਪਾਸਾ ਜਿਹੜਾ ਹੈਗਾ, ਠੀਕ ਹੈ, ਸੋ ਜਿਹੜਾ ਕੋਰਕ ਕੈਂਬੀਅਮ ਹੈਗਾ, ਠੀਕ ਹੈ, ਸੋ ਡਿਵਾਈਡ ਕਰੇਗਾ, ਬਾਹਰ ਵਾਲੇ ਪਾਸੇ ਨੂੰ ਕੀ ਬਣਾਏਗਾ, ਕੋਰਕ ਫੈਲਮ, ਠੀਕ ਹੈ। ਸੋ ਔਨ ਟੁਵਾਰਡਸ ਇਨਰ ਸਾਈਡ ਆਊਟ ਕੀ ਬਣਾਏਗਾ, ਸਕੈਂਡਰੀ ਕੋਟੈਕਸ। ਸਮਝਦੇ ਪਏ ਹੋ ਇਸ ਗੱਲ ਨੂੰ, ਧਿਆਨ ਨਾਲ ਸਮਝੋ, ਠੀਕ ਹੈ। ਮੈਂ ਕੀ ਸਮਝਾਇਆ, ਠੀਕ ਹੈ, ਵੀ ਜਦੋਂ ਜ਼ਾਈਲਮ ਐਂਡ ਫਲੋਇਮ, ਸਕੈਂਡਰੀ ਜ਼ਾਈਲਮ ਐਂਡ ਫਲੋਇਮ ਇੰਨੇ ਜ਼ਿਆਦਾ ਬਣ ਚੁੱਕੇ ਆ ਹੁਣ ਰੂਟ ਦੇ ਅੰਦਰ ਸਕੈਂਡਰੀ ਗਰੋਥ ਦੇ ਕਰਕੇ, ਉਹ ਹੁਣ ਪ੍ਰੈਸ਼ਰ ਪਾਉਣਗੇ, ਪ੍ਰਾਇਮਰੀ ਫਲੋਇਮ ਬਿਲਕੁਲ ਖਤਮ ਹੀ ਹੋ ਜਾਏਗੀ ਆਉਣ ਵਾਲੇ ਸਮੇਂ 'ਚ, ਠੀਕ ਹੈ ਨਾ। ਤਾਂ ਹੁਣ ਅਸੀਂ ਚਾਹੁੰਦੇ ਪਰ ਜਿਹੜੀ ਸਕੈਂਡਰੀ ਫਲੋਇਮ ਹੈਗੀ ਹੈ ਨਾ, ਇਹਨੂੰ ਕੋਈ ਨੁਕਸਾਨ ਨਾ ਪਹੁੰਚੇ, ਠੀਕ ਹੈ। ਸੋ ਇੱਥੇ ਬੱਚੇ ਕੀ ਡਿਵੈਲਪ ਹੋ ਗਿਆ ਪੈਰੀਸਾਈਕਲ ਦੇ ਅੰਦਰ, ਹੁਣ ਦਿਸ ਕੋਰਕ ਕੈਂਬੀਅਮ ਕੀ ਡਿਵੈਲਪ ਹੋਣਾ ਸ਼ੁਰੂ ਹੋ ਗਿਆ ਪੈਰੀਸਾਈਕਲ ਦੇ ਅੰਦਰ, ਕੋਰਕ ਕੈਂਬੀਅਮ। ਕੋਰਕ ਕੈਂਬੀਅਮ ਜਿਹੜਾ ਸੀਗਾ, ਠੀਕ ਹੈ, ਇਹਨੂੰ ਹੋਰ ਕੀ ਕਹਿੰਦੇ, ਫੈਲੋਜਨ। ਬਸ ਕਨਫਿਊਜ਼ ਨਹੀਂ ਹੋਣਾ। ਫੈਲੋਜਨ ਜਿਹੜਾ ਹੈਗਾ, ਠੀਕ ਹੈ, ਜਦੋਂ ਬੱਚੇ ਡਿਵਾਈਡ ਕੀਤਾ ਤੇ ਉਹਦੇ ਬਾਹਰ ਵਾਲੇ ਸੈੱਲ ਨੂੰ ਅਸੀਂ ਕਹਿਣਾ ਸ਼ੁਰੂ ਕਰ ਦਿੱਤਾ ਕੋਰਕ, ਜਿਹਨੂੰ ਕਿ ਫੈਲਮ ਵੀ ਕਹਿੰਦੇ ਆ, ਤੇ ਉਹਦੇ ਜਿਹੜੇ ਅੰਦਰ ਵਾਲੇ ਸੈੱਲ ਹੈਗੇ ਆ, ਉਹਨੂੰ ਜਿਹਨੂੰ ਕਿ ਅਸੀਂ ਸਕੈਂਡਰੀ ਕੋਟੈਕਸ ਕਿਹਾ ਜਾਂ ਫਿਰ ਫੈਲੋਡਮ। ਸੁਣਦੇ ਪਏ ਹੋ। ਫਿਰ ਹੁਣ 3 ਚੀਜ਼ਾਂ ਆ ਗਈਆਂ, ਕੋਰਕ ਕੈਂਬੀਅਮ, ਸਕੈਂਡਰੀ ਕੋਟੈਕਸ, ਇਹਨਾਂ ਦੇ ਅਦਰ ਨੇਮ ਸੁਣੋ, ਫੈਲਮ, ਫੈਲੋਜਨ, ਫੈਲੋਡਮ, ਤੇ ਇਹਨਾਂ ਤਿੰਨਾਂ ਲੇਅਰਸ ਨੂੰ ਮਿਲਾ ਕੇ ਕਹਿੰਦੇ ਆ ਪੈਰੀਡਰਮ। ਸੁਣਦੇ ਪਏ ਹੋ, ਠੀਕ ਹੈ, ਫੈਲੋਜਨ, ਫੈਲਮ, ਫੈਲੋਡਰਮ, ਠੀਕ ਹੈ, ਇਹਨਾਂ ਤਿੰਨਾਂ ਨੂੰ ਕੀ ਕਹਿੰਦੇ ਹੈ, ਪੈਰੀਡਰਮ, ਠੀਕ ਹੈ। ਸੋ ਉਮੀਦ ਹੈ ਕਿ ਤੁਹਾਨੂੰ ਇਹ ਸਮਝ ਆਈ ਹੋਏਗੀ। ਜੇਕਰ ਕੁਝ ਨਹੀਂ ਸਮਝ ਆਇਆ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ, ਠੀਕ ਹੈ। ਸੋ ਔਨਲਾਈਨ ਕਲਾਸ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਵਾਰੀ ਜ਼ਰੂਰ ਦੱਸਾਂਗੀ, ਸੈਕੰਡਰੀ ਗਰੋਥ ਰੂਟ ਦੇ ਵਿੱਚ ਮੈਂ ਰਿਪੀਟ ਕਰਾਂਗੀ, ਪਰ ਬੱਚੇ ਵੀਡੀਓ ਜ਼ਰੂਰ ਸੁਣ ਕੇ ਰੱਖਿਓ, ਨਹੀਂ ਤਾਂ ਤੁਹਾਨੂੰ ਸਮਝ ਨਹੀਂ ਆਉਣਾ ਔਨਲਾਈਨ ਕਲਾਸ 'ਚ ਵੀ। ਕੁਝ ਟੋਪਿਕ ਬਹੁਤ ਡਿਟੇਲ ਹੈ, ਬਹੁਤ ਕੁਛ ਹੈ, ਹੁਣ ਤੱਕ ਤੁਸੀਂ ਦੇਖ ਹੀ ਚੁੱਕੇ ਹੋ, 6 ਚੈਪਟਰ ਤੁਸੀਂ ਬਾਇਓ ਦੇ ਕਰ ਲਏ ਹੈ, ਤੁਹਾਨੂੰ ਇਹ ਸਮਝ ਆ ਜਾਣੀ ਚਾਹੀਦੀ ਹੈ ਕਿ ਕਿੰਨੀ ਜ਼ਿਆਦਾ ਡਿਟੇਲ ਹੈ। ਇਹਨੂੰ ਅਦਰ ਸਬਜੈਕਟਸ ਨਾਲ ਤੁਸੀਂ ਕੰਪੇਅਰ ਨਹੀਂ ਕਰ ਸਕਦੇ, ਠੀਕ ਹੈ ਨਾ। ਹਰ ਸਬਜੈਕਟ ਦੀ ਆਪਣੀ ਖਾਸੀਅਤ ਹੈ, ਇੰਨੀ ਡਿਟੇਲ ਤਾਂ ਮੈਨੂੰ ਲੱਗਦਾ ਕਿਸੇ ਸਬਜੈਕਟ ਦੇ ਵਿੱਚ ਵੀ ਨਹੀਂ ਹੋਣੀ ਜਿੰਨੀ ਇੱਕ ਪੇਜ ਦੇ ਉੱਤੇ ਕਿੰਨੀ ਜ਼ਿਆਦਾ ਡਿਟੇਲ ਹੈ, ਠੀਕ ਹੈ ਨਾ। ਕਿਤੇ ਐਪੀਡਰਮਿਸ ਹੈ, ਕਿਤੇ ਇਹਨੂੰ ਐਪੀਬਲੈਮਾ ਵੀ ਕਿਹਾ ਅਸੀਂ, ਹੈ ਨਾ, ਠੀਕ ਹੈ। ਕੋਟੈਕਸ ਹੈ, ਕਿਤੇ ਅਸੀਂ ਉੱਥੇ ਹਾਈਪੋਡਰਮਿਸ ਵੀ ਕਿਹਾ, ਹੈ ਨਾ, ਠੀਕ ਹੈ। ਸਮਝਦੇ ਹੋ ਇਸ ਗੱਲ ਨੂੰ। ਡਾਈਕੋਟ ਮੋਨੋਕੋਟ ਰੂਟ ਦੇ ਵਿੱਚ, ਠੀਕ ਹੈ, ਅਸੀਂ ਇੱਥੇ ਐਕਸੋਡਰਮਿਸ ਵੀ ਕਿਹਾ ਕੋਟੈਕਸ ਨੂੰ। ਸੋ ਬਹੁਤ ਕੁਛ ਹੈ, ਸੋ ਧਿਆਨ ਦੇ ਨਾਲ ਵੀਡੀਓ ਨੂੰ ਸੁਣਿਓ, ਪਰ ਜਿੰਨੀ ਦੇਰ ਤੱਕ ਤੁਸੀਂ ਖੁਦ ਕੋਸ਼ਿਸ਼ ਨਹੀਂ ਨਾ ਕਰੋਗੇ ਤਾਂ ਫਿਰ ਬੱਚੇ ਸਮਝ ਨਹੀਂ ਆਉਣਾ। ਫਿਰ ਅਸੀਂ ਕਰਾਂਗੇ ਪ੍ਰਾਇਮਰੀ ਸਟਰਕਚਰ ਡਾਈਕੋਟਿਲਿਡਨਸ ਰੂਟ ਦਾ ਪ੍ਰਾਇਮਰੀ ਸਟਰਕਚਰ, ਫਿਰ ਮੋਨੋਕੋਟ ਰੂਟ ਦਾ ਪ੍ਰਾਇਮਰੀ ਸਟਰਕਚਰ, ਫਿਰ ਸੈਕੰਡਰੀ ਗਰੋਥ ਸਟੈਮ 'ਚ। ਹੁਣ ਰੂਟ ਦੇ ਵਿੱਚ ਸਿਰਫ ਡਾਈਕੋਟ ਰੂਟ 'ਚ ਹੁੰਦੀ ਹੈ ਸੈਕੰਡਰੀ ਗਰੋਥ, ਮੋਨੋਕੋਟ ਰੂਟ ਦੇ ਵਿੱਚ ਤਾਂ ਹੁੰਦੀ ਨਹੀਂ।